ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਹੈ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਸਾਨੂੰ ਮਨੁੱਖੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ। ਅਨੰਦ ਬਿਨੋਦ ਤਿਤ ਘਰ ਸੋਹੈ, ਜੋ ਧਨ ਕੰਤ ਸ਼ਿੰਗਾਰੀ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਮਾਝ ਰਾਗ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 97 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਘਰ ਦੀ ਗੱਲ ਗੁਰੂ ਸਾਹਿਬ ਜੀ ਕਰਦੇ ਨੇ ਕਿ ਉਹ ਘਰ ਬੜਾ ਹੀ ਸੁਹਾਵਣਾ ਹੋ ਗਿਆ। ਉਸ ਘਰ ਦੇ ਵਿੱਚ ਖੁਸ਼ੀਆਂ ਨੇ, ਜਿਸ ਘਰ ਦੇ ਅੰਦਰ ਪਰਮੇਸ਼ਵਰ ਨੇ ਘਰ ਵਿੱਚ ਰਹਿਣ ਵਾਲੀ ਜੀਵ ਇਸਤਰੀ ਨੂੰ ਸ਼ਿੰਗਾਰ ਦਿੱਤਾ। ਸ਼ਿੰਗਾਰ ਦਾ ਮਤਲਬ ਜਿਹਨੂੰ ਆਪਣੇ ਨਾਮ ਰੰਗ ਦੇ ਵਿੱਚ ਸ਼ਿੰਗਾਰ ਦਿੱਤਾ। ਉਹ ਘਰ ਅਤੀ ਸੁੰਦਰ, ਔਰ ਉਸ ਘਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਨੇ ਉਹ ਆ ਗਈਆਂ। ਘਰ ਦਾ ਅਰਥ ਇਹ ਜੋ ਸਾਨੂੰ ਸਰੀਰਕ ਚੋਲਾ ਮਿਲਿਆ, ਇਹ ਜੋ ਸਾਨੂੰ ਹੱਡ ਮਾਸ ਨਾੜੀ ਦਾ ਬਣਿਆ ਹੋਇਆ ਇਹ ਘਰ ਮਿਲਿਆ ਹੈ। ਇਸ ਘਰ ਦੇ ਵਿੱਚ ਇੱਕ ਜੀਵ ਇਸਤਰੀ ਰਹਿੰਦੀ ਹੈ, ਜਿਹਨੂੰ ਜੀਵ ਆਤਮਾ ਕਹਿੰਦੇ ਹਾਂ, ਜਿਹਨੂੰ ਅਸੀਂ ਜਿੰਦ ਆਖਦੇ ਹਾਂ। ਉਹ ਜਿੰਦ ਜਿਹਦਾ ਵਿਛੋੜਾ ਆਪਣੇ ਮਾਲਕ ਆਪਣੇ ਸਾਈਂ ਪਰਮੇਸ਼ਵਰ ਤੋਂ ਪਿਆ ਹੋਇਆ, ਤੇ ਉਸ ਵਿਛੋੜੇ ਕਰਕੇ ਉਹ ਕੁਮਲਾਈ ਹੋਈ ਹੈ। ਮਨ ਦੇ ਰਾਹੀਂ ਆਖਿਆ ਸੀ ਵੀ ਮੈਨੂੰ ਤੂੰ ਮੇਰੇ ਖਸਮ ਦਾ ਨਾਮ, ਮੇਰੇ ਖਸਮ ਦੀ ਬਾਣੀ, ਉਹਦਾ ਨਾਮ ਰਸ ਮੈਨੂੰ ਦੇ, ਤਾਂ ਕਿ ਮੈਂ ਫਿਰ ਦੁਬਾਰਾ ਖਿੜ ਜਾਵਾਂ। ਜਿਵੇਂ ਫੁੱਲ ਨੂੰ ਪਾਣੀ ਨਾ ਮਿਲੇ ਤੇ ਉਹ ਮੁਰਝਾ ਜਾਂਦਾ ਹੈ, ਜੇ ਜੀਵ ਆਤਮਾ ਨੂੰ ਪਰਮੇਸ਼ਵਰ ਦੇ ਨਾਮ ਦਾ ਰਸ ਨਹੀਂ ਮਿਲੇਗਾ ਤੇ ਇਹ ਵੀ ਕੁਮਲਾਈ ਹੋਈ ਹੈ। ਔਰ ਉਹ ਕੁਮਲਾਈ ਹੋਈ ਹੀ ਕਹਿ ਰਹੀ ਹੈ, ਕਰਮਹੀਨ ਧਨ ਕਰੈ ਬੇਨੰਤੀ,
ਉਹ ਕਹਿ ਰਹੀ ਹੈ ਮੈਂ ਕਿੰਨੀ ਕਰਮਹੀਣੀ ਹਾਂ ਕਿ ਜਿਹਨੂੰ ਕਰਮ ਕਰਨ ਲਈ ਆਖਿਆ ਸੀ ਉਹ ਆਪਣਾ ਰਾਹ ਆਪ ਹੀ ਭੁੱਲ ਗਿਆ, ਕੁਰਾਹੇ ਪੈ ਗਿਆ। ਜਿੱਥੇ ਨਾਮ ਰਸ ਲੈਣਾ ਸੀ, ਕੁਰਾਹੇ ਪੈਣ ਕਰਕੇ ਉੱਥੇ ਉਹ ਵਿਕਾਰਾਂ ਦਾ ਰਸ ਲੈਣ ਲੱਗ ਪਿਆ, ਤੇ ਵਿਕਾਰਾਂ ਦੇ ਰਸ ਦੇ ਨਾਲ ਇਸ ਜੀਵ ਆਤਮਾ ਨੂੰ ਖੇੜਾ ਖੁਸ਼ੀ ਨਹੀਂ ਮਿਲਣੀ। ਕਰਮਹੀਨ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ। ਕਹਿੰਦੇ ਜਦੋਂ ਗੁਰਮੁਖਾਂ ਨੂੰ, ਨਾਮ ਦੇ ਰਸੀਆਂ ਨੂੰ ਜਦੋਂ ਖਿੜਿਆ ਹੋਇਆ ਵੇਖਿਆ ਤੇ ਫਿਰ ਅਰਦਾਸ ਕੀਤੀ ਵੀ ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਮੇਰੀ ਜ਼ਿੰਦਗੀ ਵਿੱਚ ਵੀ ਉਹ ਰਾਤ, ਉਹ ਸਮਾਂ ਆ ਜਾਏ ਜਿਹਦੇ ਕਰਕੇ ਮੇਰੇ ਘਰ ਦੇ ਵਿੱਚ ਸੁੱਖ ਖੁਸ਼ੀਆਂ ਆਨੰਦ ਆ ਜਾਣ। ਹੁਣ ਇੱਕ ਘਰ ਆ ਹੈ ਜਿੱਥੇ ਸਾਡੇ ਜੀਵ ਆਤਮਾ ਰੂਪੀ ਧਨ ਇਸਤਰੀ ਵਸਦੀ ਹੈ। ਇੱਕ ਘਰ ਉਹ ਹੈ ਜਿੱਥੇ ਇਹ ਸਰੀਰ ਵਸਦਾ ਹੈ। ਇੱਕ ਘਰ ਅਸੀਂ ਆਪ ਹੱਥਾਂ ਨਾਲ ਜਾਂ ਖਲੋ ਕੇ ਬਣਾਇਆ, ਔਰ ਇੱਕ ਘਰ ਉਸ ਮਾਲਕ ਪਰਮੇਸ਼ਵਰ ਨੇ ਬਣਾਇਆ ਹੈ। ਤੇ ਸਭ ਕਹਿੰਦੇ ਦੋਵੇਂ ਹੀ ਘਰ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਹੋਏਗਾ, ਦੋਵੇਂ ਹੀ ਘਰਾਂ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਨਾਮ ਦੀ ਰੰਗਤ ਹੋਏਗੀ ਤਾਂ ਉਸ ਘਰ ਦੇ ਵਿੱਚ ਸੁੱਖ ਆਪਣੇ ਆਪ ਆਏਗਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਮੰਤਰ ਉਪਦੇਸ਼, ਤੇ ਗੁਰੂ ਦਾ ਉਪਦੇਸ਼ ਕੀ ਹੈ ਕਿ ਤੁਸੀਂ ਉੱਠਦਿਆਂ ਬਹਿੰਦਿਆਂ ਚੱਲਦਿਆਂ ਸੌਂਦਿਆਂ ਜਾਗਦਿਆਂ ਤੁਹਾਡਾ ਮਨ ਕੇਵਲ ਤੇ ਕੇਵਲ ਪਰਮੇਸ਼ਵਰ ਨੂੰ ਚੇਤੇ ਕਰੇ। ਤੁਹਾਡੇ ਮਨ ਅੰਦਰ ਜੇ ਕੁਝ ਚੇਤਾ ਰਵੇ ਤੇ ਪਰਮੇਸ਼ਵਰ ਦਾ ਨਾਮ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝ ਹੈ ਚਿਤਾਰੇ। ਜਦੋਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਇਹ ਮਨ ਪਰਮੇਸ਼ਵਰ ਨੂੰ ਚੇਤੇ ਕਰੇਗਾ ਤਾਂ ਇਸ ਘਰ ਦੇ ਵਿੱਚ ਬੈਠੀ ਹੋਈ ਇਸ ਜੀਵ ਇਸਤਰੀ ਨੂੰ ਖੁਸ਼ੀ ਮਿਲੇਗੀ। ਇਸ ਲਈ ਸਾਡੇ ਜੀਵਨ ਦੇ ਅੰਦਰ ਅਸੀਂ ਹਰ ਪ੍ਰਾਣੀ ਚਾਹੁੰਦਾ ਹੈ, ਹਰ ਮੁਲਕ ਦਾ ਪ੍ਰਾਣੀ ਚਾਹੁੰਦਾ ਵੀ ਮੇਰੇ ਘਰ ਖੁਸ਼ੀਆਂ, ਮੇਰੇ ਘਰ ਸੁੱਖ ਹੋਵੇ। ਪਰ ਜੇ ਅਸੀਂ ਚਾਹੁੰਦੇ ਹਾਂ ਤੇ ਫਿਰ ਸਾਨੂੰ ਕੰਮ ਵੀ ਉਹੀ ਕਰਨਾ ਪਏਗਾ, ਕਿਉਂਕਿ ਅਸੀਂ ਧਨ ਪਦਾਰਥਾਂ ਦੇ ਵਿੱਚੋਂ ਦੀ ਖੁਸ਼ੀਆਂ ਤੇ ਸੁੱਖ ਚਾਹੁੰਦੇ ਹਾਂ। ਪਰ ਜਿਹੜੇ ਅਸੀਂ ਧਨ ਪਦਾਰਥਾਂ ਵਿੱਚੋਂ ਦੀ ਸੁੱਖ ਖੁਸ਼ੀਆਂ ਚਾਹੁੰਦੇ ਹਾਂ ਉਹ ਇਸ ਘਰ ਦੇ ਬਾਹਰ ਦੀਆਂ ਖੁਸ਼ੀਆਂ ਨੇ। ਘਰ ਦੇ ਬਾਹਰ ਦਾ ਅਰਥ ਹੈ ਵੀ ਆਹ ਸਰੀਰ ਦਾ ਬਾਹਰੀ ਜੀਵਨ ਜਿਹੜਾ ਹੈ, ਇਹਦੇ ਵਾਸਤੇ ਸਾਨੂੰ ਧਨ ਪਦਾਰਥ ਦੇ ਸੁੱਖ ਤੇ ਖੁਸ਼ੀਆਂ ਮਿਲ ਸਕਦੀਆਂ ਨੇ। ਪਰ ਜੇ ਕਹੀਏ ਵੀ ਧਨ ਪਦਾਰਥਾਂ ਦੇ ਸਦਕੇ ਇਸ ਘਰ ਦੇ ਅੰਦਰ ਖੁਸ਼ੀਆਂ ਮਿਲ ਜਾਣ, ਇਸ ਘਰ ਦੇ ਅੰਦਰ ਸੁੱਖ ਆ ਜਾਏ, ਤੇ ਮਹਾਰਾਜ ਜੀ ਕਹਿੰਦੇ ਉਹ ਕੇਵਲ ਪਰਮੇਸ਼ਵਰ ਦੇ ਨਾਮ ਨਾਲ ਹੀ ਹੋਣਾ ਹੈ। ਜਿਹੜੀਆਂ ਸਾਨੂੰ ਘਰ ਦੇ ਅੰਦਰ ਖੁਸ਼ੀਆਂ ਚਾਹੀਦੀਆਂ ਨੇ ਉਹ ਗੁਰੂ ਸਾਹਿਬ ਜੀ ਦੀ ਨਜ਼ਰ ਨਾਲ ਹੀ ਮਿਲਣੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਪਦਾਰਥਾਂ ਵਿੱਚੋਂ, ਮਾਇਆਵੀ ਪਦਾਰਥਾਂ ਚੋਂ ਖੁਸ਼ੀਆਂ ਲੈ ਤੇ ਰਿਹਾ, ਪਰ ਉਹ ਘਰ ਦੇ ਬਾਹਰ ਤੱਕ ਹੀ ਸੀਮਤ ਨੇ। ਇਤਿਹਾਸ ਆਪ ਜੀ ਨੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਦਾ, ਇੱਕ ਬੜਾ ਹੀ ਸੁਖੀ ਧਨਾੜ ਸ਼ਾਹੂਕਾਰ ਭਾਈ ਮਰਦਾਨਾ ਜੀ ਦੀ ਨਜ਼ਰ ਦੇ ਵਿੱਚ ਲੱਗਾ ਵੀ ਇਹ ਇਨਸਾਨ ਬੜਾ ਸੁਖੀ ਹੈ। ਘਰ ਦੀ ਬਾਹਰ ਦੀ ਚਮਕ ਦੇਖੀ ਨਾ ਵੀ ਇਹ ਤੇ ਬੜਾ ਹੀ ਸੁਖੀ ਹੈ, ਬੜਾ ਹੀ ਸੁਖੀ ਹੈ।
ਤੇ ਗੁਰੂ ਨਾਨਕ ਸਾਹਿਬ ਮੈਨੂੰ ਮਹਾਰਾਜ ਨੂੰ ਆਖਿਆ, ਮਹਾਰਾਜ ਆ 2 ਘੜੀਆਂ ਹੋ ਗਈਆਂ ਜਿਹਨੂੰ ਮੇਰੀ ਅੱਖ ਦੇਖ ਰਹੀ ਹੈ, ਮੈਨੂੰ ਲੱਗਦਾ ਵੀ ਇਹ ਦੁਨੀਆ ਵਿੱਚ ਸਭ ਤੋਂ ਵੱਡਾ ਸੁਖੀ ਬੰਦਾ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦੇ ਬਾਹਰੀ ਮਾਇਆਵੀ ਪਦਾਰਥ ਨਾ ਵੇਖ, ਉਸ ਘਰ ਦੇ ਅੰਦਰ ਝਾਤੀ ਮਾਰ ਕੇ ਵੇਖ। ਗੁਰੂ ਸਾਹਿਬ ਮਹਾਰਾਜ ਨੇ ਜਦੋਂ ਇਹ ਗੱਲ ਆਖੀ ਤੇ ਭਾਈ ਮਰਦਾਨਾ ਜੀ ਨੇ ਉਹਨੂੰ ਪੁੱਛ ਲਿਆ ਵੀ ਤੂੰ ਮੈਨੂੰ ਲੱਗਦਾ ਵੀ ਤੂੰ ਇਨਸਾਨ ਬਹੁਤ ਸੁਖੀ ਹੈ। ਤੇ ਜਦੋਂ ਇੰਨੀ ਗੱਲ ਕਹੀ ਤੇ ਉਹਨੇ ਅੱਖ ਭਰ ਕੇ ਆਖਿਆ, ਨਹੀਂ, ਜਿੰਨਾ ਤੈਨੂੰ ਸੁਖੀ ਲੱਗਦਾ ਉਹਦੇ ਨਾਲੋਂ ਕਈ ਗੁਣਾ ਵੱਧ ਮੈਂ ਦੁਖੀ ਹਾਂ। ਅੰਦਰੋਂ ਪਰੇਸ਼ਾਨੀਆਂ ਨੇ, ਮੈਨੂੰ ਚਿੰਤਾਵਾਂ ਨੇ ਘੇਰਿਆ ਹੋਇਆ ਹੈ। ਇੱਕਦਮ ਹੈਰਾਨੀ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਆਏ। ਉੱਥੇ ਫਿਰ ਸਤਿਗੁਰੂ ਮਹਾਰਾਜ ਨੇ ਸ਼ਬਦ ਉਚਾਰਿਆ ਜਿਹਦੇ ਵਿੱਚ ਸਾਰਿਆਂ ਦਾ ਜ਼ਿਕਰ ਕੀਤਾ ਹੈ। ਤੇ ਸਾਰਿਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਇੱਕ ਮੁੱਕਦੀ ਗੱਲ ਕਹਿ ਦਿੱਤੀ, ਬਾਲੀ ਰੋਵੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਜਿਹੜੇ ਅਸੀਂ ਸੰਸਾਰ ਵਿੱਚ ਮਾਇਆਵੀ ਪਦਾਰਥਾਂ ਕਰਕੇ ਸੁੱਖ ਲਏ, ਖੁਸ਼ੀਆਂ ਲਈਆਂ, ਇਹ ਤੇ ਘਰ ਦੇ ਦਰਵਾਜ਼ੇ ਤੱਕ ਹੀ ਰਹਿ ਗਈਆਂ। ਤੇ ਘਰ ਦਾ ਦਰਵਾਜ਼ਾ ਇੱਕ ਹੀ ਹੈ ਨਾ, ਜਿਹੜਾ ਅਸੀਂ ਬਣਾਇਆ 2 ਹੋਣਗੇ 3, ਪਰ ਜਿਹੜੇ ਪਰਮੇਸ਼ਵਰ ਨੇ ਘਰ ਬਣਾਇਆ ਉਹ 9 ਦੁਆਰੇ ਪ੍ਰਗਟ ਕੀਏ। ਉਹਦੇ 9 ਦਰਵਾਜ਼ੇ ਰੱਖੇ ਆ, ਪਰ 9ਵੇਂ ਦੇ 9ਵੇਂ ਦਰਵਾਜ਼ਿਆਂ ਤੇ ਦੁੱਖ ਹੈ। 9ਵੇਂ ਦੇ 9ਵੇਂ ਦਰਵਾਜ਼ਿਆਂ ਉੱਤੇ ਸੁੱਖ ਟਿਕਦਾ ਨਹੀਂ ਪਿਆ, ਖੁਸ਼ੀਆਂ ਟਿਕਦੀਆਂ ਨਹੀਂ ਪਈਆਂ। ਕੁਝ ਪਲਾਂ ਲਈ ਸੁੱਖ ਆਉਂਦਾ ਹੈ, ਚਲਾ ਜਾਂਦਾ ਹੈ, ਕੁਝ ਪਲਾਂ ਲਈ ਖੁਸ਼ੀਆਂ ਆਉਂਦੀਆਂ ਚਲੇ ਜਾਂਦੀਆਂ। ਉਹ ਘਰ ਦੇ ਅੰਦਰ ਨਹੀਂ ਪ੍ਰਵੇਸ਼ ਕਰ ਪਾ ਰਹੀਆਂ। ਪਰ ਕਦੋਂ ਹੋਏਗਾ? ਜਦੋਂ ਅੰਦਰ ਨਾਮ ਦੀ ਬਖਸ਼ਿਸ਼ ਵਰਤੇਗੀ, ਜਦੋਂ ਅੰਦਰ ਨਾਮ ਦੀ ਰਹਿਮਤ ਵਰਤੇਗੀ। ਉਹ ਮਾਇਆਵੀ ਪਦਾਰਥਾਂ ਵਿੱਚੋਂ ਨਹੀਂ, ਨਾਮ ਦੀ ਬਖਸ਼ਿਸ਼ ਜਾਂ ਨਾਮ ਦੇ ਪਦਾਰਥ, ਕਿਉਂਕਿ ਨਾਮ ਨੂੰ ਵੀ ਪਦਾਰਥ ਕਿਹਾ ਮਹਾਰਾਜ ਨੇ। ਤੇਰਾ ਕੀਆ ਮੀਠਾ ਲਾਗੈ ਹਰ ਨਾਮ, ਪਦਾਰਥ ਨਾਨਕ ਮੰਗੈ। ਮਹਾਰਾਜ ਕਹਿੰਦੇ ਦੁਨੀਆ ਦੇ ਪਦਾਰਥ ਮੰਗਦੇ ਹੋ, ਕਿਤੇ ਨਾਮ ਰੂਪੀ ਪਦਾਰਥ ਵੀ ਮੰਗੋ ਜਿਹਦੇ ਵਿੱਚ ਸੁੱਖ ਹੈ, ਖੁਸ਼ੀਆਂ ਨੇ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਧਨ ਦਾ ਅਰਥ ਹੈ ਇਸਤਰੀ, ਜੀਵ ਇਸਤਰੀ, ਕੰਤ ਦਾ ਅਰਥ ਹੈ ਪਤੀ ਪਰਮੇਸ਼ਵਰ। ਜਿਸ ਜੀਵ ਇਸਤਰੀ ਦੇ ਉੱਪਰ ਕੰਤ ਨੇ ਕਿਰਪਾ ਕਰਕੇ ਉਹਨੂੰ ਨਾਮ ਦੇ ਸ਼ਿੰਗਾਰ ਵਿੱਚ ਸ਼ਿੰਗਾਰ ਦਿੱਤਾ, ਨਾਮ ਦੇ ਰੰਗ ਵਿੱਚ ਸ਼ਿੰਗਾਰ ਦਿੱਤਾ, ਸਾਹਿਬ ਕਹਿੰਦੇ ਉਸ ਘਰ ਦੇ ਅੰਦਰ ਸੁਹਾਗ ਨੇ, ਉਹ ਸੋਹਣੇ ਵਰ ਨੇ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ। ਜਿਵੇਂ ਆਪਾਂ ਕਈ ਵਾਰ 12 ਮਾਹਾਂ ਦੇ ਪਾਠ ਵਿੱਚੋਂ ਦੀ ਇਹ ਬਚਨ ਸਾਂਝੇ ਕੀਤੇ ਕਿ ਜਿਸ ਦਿਨ ਅੰਦਰ ਸੁਹਾਗ ਨੇ ਰੰਗ ਲਾਇਆ, ਉਸ ਦਿਨ ਦੁੱਖ ਨੂੰ ਅੰਦਰ ਥਾਂ ਹੀ ਕੋਈ ਨਹੀਂ ਮਿਲੀ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਹੁਣ ਦੁੱਖ ਨੂੰ ਜਾਏ ਮਨੇ ਜਗ੍ਹਾ, ਹੁਣ ਦੁੱਖ ਨੂੰ ਜਗ੍ਹਾ ਹੀ ਕੋਈ ਨਹੀਂ ਮਿਲਦੀ ਪਈ। ਇਸ ਤੋਂ ਪਹਿਲਾਂ ਕੀ ਹੋਇਆ ਵੀ ਦੁੱਖ ਇੰਨਾ ਸੀ ਘਰ ਦੇ ਅੰਦਰ, ਸੁੱਖ ਨੂੰ ਜਗ੍ਹਾ ਨਹੀਂ ਸੀ ਮਿਲਦੀ। ਕਈ ਪ੍ਰਾਣੀ ਐਸੇ ਮਿਲਦੇ ਆ ਜਿਹੜੇ ਕਹਿੰਦੇ ਵੀ ਜਦੋਂ ਦੀ ਅਸੀਂ ਹੋਸ਼ ਸੰਭਾਲੀ ਹੈ ਜਾਂ ਜਦੋਂ ਦਾ ਸਾਨੂੰ ਚੇਤੇ ਹੈ, ਅਸੀਂ ਕਦੇ ਸੁੱਖ ਵੇਖਿਆ ਹੀ ਨਹੀਂ, ਅਸੀਂ ਕਦੇ ਸੁੱਖ ਮਾਣਿਆ ਹੀ ਨਹੀਂ, ਸਾਰੀ ਜ਼ਿੰਦਗੀ ਲੰਘ ਚੱਲੀ ਹੈ। ਪਰ ਜਿਸ ਘਰ ਅੰਦਰ ਮਾਲਕ ਨੇ ਕਿਰਪਾ ਕਰ ਦਿੱਤੀ, ਉਹ ਸੇਜ ਸੁਹਾਵੀ, ਕਿਉਂਕਿ ਸੇਜਾ ਤੇ ਘਰ ਦੇ ਅੰਦਰ ਹੀ ਹੈ ਨਾ, ਘਰ ਦੇ ਬਾਹਰ ਨਹੀਂ। ਅਸੀਂ ਜਿੱਥੇ ਆਰਾਮ ਕਰਦੇ ਹਾਂ, ਜੋ ਅਸੀਂ ਬੈਠਣ ਨੂੰ ਥਾਂ ਬਣਾਈ, ਉਹ ਘਰ ਦੇ ਅੰਦਰ ਬਣਾਉਂਦੇ ਹਾਂ, ਬਾਹਰ ਨਹੀਂ। ਇਸ ਲਈ ਜਿਹੜਾ ਸਾਡੇ ਸਰੀਰ ਘਰ ਹੈ, ਤੇ ਸਰੀਰ ਘਰ ਦੇ ਵਿੱਚ ਹਿਰਦਾ ਜਿਹੜਾ ਇਹ ਸੇਜਾ ਹੈ, ਤੇ ਉਹਦੇ ਵਿੱਚ ਸੁੱਖ ਇੰਨੇ ਆ ਗਏ, ਹੁਣ ਦੁੱਖ ਨੂੰ ਥਾਂ ਕੋਈ ਨਹੀਂ ਮਿਲਦੀ। ਪਰ ਕਦੋਂ ਹੋਇਆ? ਜਦੋਂ ਸੱਜਣ ਪ੍ਰਗਟ ਹੋਇਆ।
ਅੰਦਰੋਂ ਹੀ ਪ੍ਰਗਟ ਹੋਇਆ ਤੇ ਹਿਰਦੇ ਰੂਪੀ ਸੇਜਾ ਤੇ ਆ ਬੈਠਾ। ਇਸ ਲਈ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ, ਜਿਤ ਘਰ ਫਿਰ ਸੁਹਾਗ ਬਣਾਇਆ। ਜਿਤ ਜਿਸ ਦੇ ਘਰ ਦੇ ਰਾਰੇ ਨੂੰ ਸਿਹਾਰੀ ਘਰ ਵਿੱਚ, ਪਿਰ ਨੂੰ ਰਾਰੇ ਨੂੰ ਸਿਹਾਰੀ ਪਿਰ ਨੇ। ਜਦੋਂ ਅਸੀਂ ਅਰਥ ਕਰਾਂਗੇ ਤੇ ਕਈ ਵਾਰ ਅਰਥ ਜਿਹੜੇ ਨੇ ਉਹ ਸਿਹਾਰੀ, ਔਂਕੜ, ਦੁਲੈਂਕੜ, ਲਾਮ, ਇੱਕ ਲਾਮ, ਇਹਦੇ ਨਾਲ ਅਰਥ ਬਦਲ ਜਾਂਦੇ ਆ। ਹੁਣ ਅਗਾਂਹ ਜਾ ਕੇ ਗੱਲ ਕਲੀਅਰ ਹੋਏਗੀ। ਹੁਣ ਇੱਥੇ ਹੈ ਪਿਰ, ਪਿਰ ਦੇ ਰਾਰੇ ਨੂੰ ਲੱਗੀ ਹੈ ਸਿਹਾਰੀ, ਇਹਦਾ ਅਰਥ ਬਣੇਗਾ ਪਿਰ ਨੇ, ਪਤੀ ਨੇ, ਪਰਮੇਸ਼ਵਰ ਨੇ ਘਰ ਦੇ ਵਿੱਚ ਸੁਹਾਗ ਬਣਾਇਆ। ਸੋਹਣਾ ਜਿਹੜਾ ਸੀ ਉਹ ਸੁਹਾਗ ਦਾ ਅਰਥ ਹੈ ਸ਼ੁਭ ਗੁਣਾ ਵਾਲਾ। ਉਹ ਘਰ ਜਿਹੜਾ ਸੀ ਅੰਦਰ ਬਣਾ ਦਿੱਤਾ, ਸੋਹਣਾ ਰੰਗ ਕਹਿ ਲਓ ਕਿ ਅੰਦਰ ਲਾ ਦਿੱਤਾ। ਪਿਰ ਨੇ ਆ ਘਰ ਦੇ ਵਿੱਚ ਬਖਸ਼ਿਸ਼ਾਂ ਐਸੀਆਂ ਲਾ ਦਿੱਤੀਆਂ, ਤਿਤ ਘਰ ਸਖੀਏ ਮੰਗਲ ਗਾਇਆ। ਜਾਂ ਜਿਤ ਦਾ ਅਰਥ ਹੈ ਜਿਸ ਘਰ ਦੇ ਵਿੱਚ ਪਿਰ ਨੇ ਇਹ ਸੋਹਣੀਆਂ ਬਖਸ਼ਿਸ਼ਾਂ ਵਰਤਾ ਦਿੱਤੀਆਂ, ਸ਼ੁਭ ਗੁਣ ਦੇ ਦਿੱਤੇ, ਸੁਹਾਗ ਵਾਲੇ ਜਿਹੜੇ ਗੁਣ ਸੀ ਉਹ ਬਖਸ਼ ਦਿੱਤੇ। ਤੇ ਫਿਰ ਤਿਤ ਘਰ, ਉਸ ਘਰ ਦੇ ਵਿੱਚ, ਹੁਣ ਤਿਤ ਘਰ, ਘਰ ਨੂੰ ਸਿਹਾਰੀ ਹੈ, ਉਸ ਘਰ ਵਿੱਚ ਸਖੀਏ ਮੰਗਲ ਗਾਇਆ। ਹੁਣ ਦੋਵੇਂ ਘਰ ਨੇ, ਇੱਕ ਘਰ ਜਿੱਥੇ ਰਹਿੰਦੇ ਆ ਉਹ, ਤੇ ਇੱਕ ਘਰ ਆ ਸਰੀਰ ਹੈ। ਬਾਹਰ ਦੇ ਘਰ ਵਿੱਚ ਸਖੀਏ ਦਾ ਅਰਥ ਹੈ ਸਤ ਸੰਗੀ ਜਨ, ਗੁਰਮੁਖ ਜਨ। ਤੇ ਆ ਘਰ ਦੇ ਅੰਦਰ ਸਖੀਏ ਦਾ ਅਰਥ ਹੈ ਗਿਆਨ ਇੰਦਰੇ, ਕਰਮ ਇੰਦਰੇ, ਸੁਰਤ, ਮਤ, ਮਨ, ਬੁੱਧ। ਇਹ ਸਖੀਏ ਦੇ ਰੂਪ ਵਿੱਚ ਹੈ। ਅੰਦਰ ਫਿਰ ਇਹਨਾਂ ਨੇ ਮੰਗਲ ਗਾਇਆ, ਉਸ ਮਾਲਕ ਦੀ ਸਿਫਤ ਸਲਾਹ ਕੀਤੀ ਹੈ। ਫਿਰ ਇਹ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਲੱਗ ਗਏ ਨੇ, ਜਿਸ ਘਰ ਦੇ ਅੰਦਰ ਪਿਰ ਨੇ ਆਪਣੇ ਰਹਿਣ ਲਈ ਸੋਹਣੀ ਥਾਂ ਬਣਾ ਦਿੱਤੀ। ਉਸ ਘਰ ਦੇ ਵਿੱਚ ਸਖੀਆਂ ਨੇ ਰਲ ਕੇ, ਗੁਰਮੁਖਾਂ ਨੇ, ਸਤ ਸੰਗੀਆਂ ਨੇ ਰਲ ਕੇ ਉਸ ਮਾਲਕ ਦੇ ਗੁਣ ਗਾਏ ਆ, ਉਸ ਮਾਲਕ ਦੀਆਂ ਸਿਫਤਾਂ ਕੀਤੀਆਂ ਨੇ। ਅੰਦਰ ਪਹਿਲੇ ਕਰਮ ਇੰਦਰੇ, ਗਿਆਨ ਇੰਦਰੇ ਹੋਰਾਂ ਦੀ ਉਸਤਤ ਕਰਦੇ ਸੀ। ਗਿਆਨ ਇੰਦਰੀਆਂ ਨੇ ਜੋ ਗਿਆਨ ਦਿੱਤਾ, ਕਰਮ ਇੰਦਰੀਆਂ ਨੇ ਉਸੇ ਤਰ੍ਹਾਂ ਅੱਗੋਂ ਕਰਮ ਕੀਤਾ। ਪਰ ਹੁਣ ਸਾਰੇ ਇੱਕ ਹੋ ਗਏ ਜਦੋਂ ਅੰਦਰ ਪਿਰ ਨੇ ਸੁਹਾਗ ਵਾਲੀ ਬਖਸ਼ਿਸ਼ ਵਰਤਾ ਦਿੱਤੀ। ਹੁਣ ਇਹ ਸਾਰੇ ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ ਆ, ਇਹ ਸਖੀਆਂ ਰਲ ਕੇ ਪਰਮੇਸ਼ਵਰ ਦੇ ਗੁਣ ਗਾਉਂਦੀਆਂ ਨੇ। ਮਿਲ ਸਹੀਆਂ ਮੰਗਲ ਗਾਵਈ, ਗੀਤ ਗੋਬਿੰਦ ਅਲਾਏ। ਉਹ ਹੁਣ ਸਖੀਆਂ ਮਿਲ ਕੇ ਗੁਣ ਗਾਉਂਦੀਆਂ ਨੇ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵਹਿ ਨ ਲਾਏ। ਆ ਸਖੀਆਂ ਗਾ ਰਹੀਆਂ ਨੇ ਕਿ ਮੇਰੇ ਹਰੀ ਵਰਗਾ, ਮੇਰੇ ਪਿਆਰੇ ਵਰਗਾ ਕੋਈ ਦੂਜਾ ਦਿਸਦਾ ਹੀ ਕੋਈ ਨਹੀਂ ਪਿਆ। ਜਿਹੜੀ ਜੀਵ ਇਸਤਰੀ ਆ ਜੀਵ ਆਤਮਾ, ਜਿਉ ਪਾਏ ਪਿੰਡ ਜਿਨ ਸਾਜਿਆ, ਪਿੰਡ ਘਰ ਜਿਉ ਜਿੰਦ। ਹੁਣ ਉਸ ਜਿੰਦ ਦੀਆਂ ਸਖੀਆਂ ਕਹਿ ਰਹੀਆਂ ਨੇ ਕਿ ਜਿਹੜੀ ਸਾਡੀ ਜਿੰਦ ਨੂੰ ਸੁਹਾਗ ਮਿਲ ਗਿਆ, ਉਹਦੇ ਵਰਗਾ ਦਿਸਦਾ ਹੀ ਕੋਈ ਨਹੀਂ ਪਿਆ। ਤੇ ਜਿਹੜੀ ਸਾਡੀ ਜਿੰਦ ਰੂਪੀ ਇਸਤਰੀ ਦੇ ਕੋਲ ਆ ਕੇ ਸੁਹਾਗ ਬੈਠਾ ਨਾ, ਕੋਈ ਦੂਜਾ ਲਵੇ ਨਾ ਲਾਏ, ਕੋਈ ਦੂਜਾ ਲਾਗੇ ਵੀ ਨਹੀਂ ਲੱਗ ਸਕਦਾ। ਜੇ ਕੋਈ ਦੂਜਾ ਆ ਕੇ ਕਵੇ ਵੀ ਮੈਂ ਇਹਦਾ ਖਸਮ ਹਾਂ, ਤੇ ਉਹ ਉੱਥੇ ਬਿਲਕੁਲ ਢੁੱਕ ਵੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੇ ਵਰਗਾ ਕੋਈ ਹੋਰ ਦੂਜਾ ਹੈ ਹੀ ਨਹੀਂ। ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਹਦੇ ਵਰਗੀ ਸੁੰਦਰਤਾ ਕਿਸੇ ਵਿੱਚ ਨਹੀਂ, ਉਹਦੇ ਵਰਗੇ ਸ਼ੁਭ ਗੁਣ ਕਿਸੇ ਵਿੱਚ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਜਿਸ ਘਰ ਵਿੱਚ ਪਿਰ ਨੇ ਆਪਣੀ ਬਖਸ਼ਿਸ਼ਾਂ ਵਰਤਾ ਦਿੱਤੀਆਂ, ਤਿਤ ਘਰ, ਉਸ ਘਰ ਵਿੱਚ ਸਖੀਏ ਮੰਗਲ ਗਾਇਆ। ਸਖੀਆਂ ਨੇ, ਇੰਦਰੀਆਂ ਨੇ ਰਲ ਕੇ ਉਸ ਮਾਲਕ ਦੇ ਜਿਹੜੇ ਗੁਣ ਗਾਏ। ਆਨੰਦ ਬਿਨੋਦ ਤਿਤੈ ਘਰ ਸੋਹੈ। ਫਿਰ ਉਸ ਘਰ ਦੇ ਵਿੱਚ ਕੀ ਹੋਇਆ? ਆਨੰਦ। ਉਸ ਘਰ ਦੇ ਵਿੱਚ ਖੁਸ਼ੀਆਂ ਸ਼ੋਭਦੀਆਂ ਨੇ। ਉਸ ਘਰ ਦੇ ਵਿੱਚ ਆਨੰਦ ਸ਼ੋਭਦਾ, ਸੋਹੈ ਦਾ ਅਰਥ ਸ਼ੋਭਦਾ ਹੈ।
ਉਸ ਘਰ ਦੇ ਵਿੱਚ ਖੁਸ਼ੀਆਂ ਸ਼ੋਭਦੀਆਂ, ਉਸ ਘਰ ਵਿੱਚ ਆਨੰਦ ਜਿਹੜਾ ਹੈ ਉਹ ਅਵਸਥਾ ਬਣ ਜਾਂਦੀ ਹੈ। ਕਬੀਰ ਸਾਹਿਬ ਜੀ ਨੇ ਆਖਿਆ ਵੀ ਜਿਸ ਘਰ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਨਾ ਵਸਦਾ, ਉੱਥੇ ਦੈਵੀ ਗੁਣ ਤੇ ਕੀ ਆਉਣੇ ਆ, ਉੱਥੇ ਸ਼ੈਤਾਨੀ ਅਵਗਣ ਆਉਂਦੇ ਆ। ਤੇ ਜਿਹੜੇ ਘਰ ਅੰਦਰੋਂ ਨਾਮ ਦੇ ਕਰਕੇ ਸੁੰਝੇ ਪਏ ਨੇ, ਜਿਹੜੇ ਘਰ ਅੰਦਰੋਂ ਪਰਮੇਸ਼ਵਰ ਦੇ ਨਾਮ ਤੋਂ ਸੁੰਝੇ ਪਏ ਆ, ਉਸ ਘਰ ਦੇ ਵਿੱਚ ਮਤ ਸਮਝੋ ਕਿ ਦੈਵੀ ਗੁਣਾਂ ਵਾਲੇ ਰਹਿੰਦੇ ਆ, ਉਸ ਘਰ ਦੇ ਵਿੱਚ ਸ਼ੈਤਾਨੀ ਅਵਗਣ ਵਾਲੀਆਂ ਰਹਿੰਦੇ ਆ। ਤੇ ਉਹ ਘਰ ਇੱਕ ਭੂਤ ਤੋਂ ਘੱਟ ਨਹੀਂ ਹੈ। ਉਹਨੂੰ ਅਸੀਂ ਬਾਹਰ ਬਣਾ ਕੇ ਕਹਿ ਦਿੱਤਾ ਜੀ ਇਹ ਭੂਤ ਬੰਗਲਾ ਹੈ, ਅਸੀਂ ਕਹਿ ਦਿੱਤਾ ਵੀ ਆ ਇੱਥੇ ਭੂਤ ਵੱਸਦਾ ਹੈ ਇੱਥੇ। ਉਹ ਜਿਹੜੇ ਕਦੇ ਅਸੀਂ ਵੇਖੇ ਵੀ ਨਹੀਂ, ਹਾਂ ਜਿਹੜੇ ਇੱਕ ਕਲਪਨਾ ਕਰਕੇ ਬਣਾ ਕੇ ਸਾਨੂੰ ਵੀਡੀਓ ਦੇ ਰਾਹੀਂ ਦਿਖਾ ਦਿੱਤੇ ਗਏ, ਉਹ ਅਸਲ ਦੇ ਵਿੱਚ ਹੈ ਨਹੀਂ ਹੈ, ਪਰ ਸਾਨੂੰ ਸਾਡੇ ਦਿਮਾਗ ਵਿੱਚ ਬਿਠਾ ਦਿੱਤੇ। ਪਰ ਜਿਸ ਘਰ ਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ, ਕਬੀਰ ਸਾਹਿਬ ਕਹਿੰਦੇ ਉਸ ਘਰ ਵਿੱਚ ਜਿਉਂਦੇ ਭੂਤ ਵੱਸਦੇ ਆ। ਸਾਨੂੰ ਮੋਏ ਹੋਏ ਭੂਤ ਦਿਖਾਏ ਜਾਂਦੇ ਨੇ, ਪਰ ਕਬੀਰ ਜੀ ਕਹਿੰਦੇ ਮੈਂ ਉਹ ਘਰ ਵੇਖਿਆ ਜਿੱਥੇ ਜਿਉਂਦੇ ਭੂਤ ਵੱਸਦੇ ਨੇ, ਜਿਹੜੇ ਸਵੇਰੇ ਉੱਠਦਿਆਂ ਸਾਰੀ ਵਿਕਾਰਾਂ ਵਿੱਚ ਗਲਤਾਨ ਤੇ ਰਾਤ ਸੌਂਦਿਆਂ ਵੀ, ਜਿਨ੍ਹਾਂ ਦਾ ਦਿਨ ਵੀ ਵਿਕਾਰਾਂ ਵਿੱਚ ਤੇ ਰਾਤ ਵੀ ਵਿਕਾਰਾਂ 'ਚ ਲੰਘਦੀ ਹੈ, ਉੱਥੇ ਫਿਰ ਭੂਤ ਹੀ ਵੱਸਦੇ ਆ। ਜੈ ਘਰ ਸਾਧ ਨਾ ਸੇਵੀ ਹੈ, ਜਿਸ ਘਰ ਦੇ ਵਿੱਚ ਗੁਰੂ ਤੇ ਗੁਰੂ ਕੇ ਪਿਆਰਿਆਂ ਦੀ ਥਾਂ ਨਹੀਂ, ਉਸ ਘਰ ਦੇ ਵਿੱਚ ਸ਼ੈਤਾਨਾਂ ਦੀ ਥਾਂ ਹੁੰਦੀ ਹੈ। ਕਈ ਐਸੇ ਵੀ ਸੁਣਨ ਨੂੰ ਮਿਲਿਆ ਕਿ ਕਈ ਘਰ ਐਸੇ ਨੇ ਕਿ ਜਿੱਥੇ ਨਸ਼ੇ ਲੱਗੇ ਹੋਏ ਆ ਨਾ, ਤੇ ਉਸ ਘਰ ਦੇ ਜੀਵ ਰੋ ਕੇ ਕਹਿੰਦੇ ਆ ਵੀ ਸਾਡਾ ਇੱਕ ਮੈਂਬਰ ਐਸਾ ਕਿ ਪੂਰਾ ਘਰ ਹੀ ਨਰਕ ਬਣਾ ਕੇ ਰੱਖਿਆ ਹੈ। ਇੱਕ ਜੀਵ ਐਸਾ ਹੈ ਜਿਹਨੇ ਪੂਰੇ ਘਰ ਨੂੰ ਹੀ ਨਰਕ ਬਣਾ ਦਿੱਤਾ। ਬਸ ਕੀ ਹੈ, ਸਵੇਰੇ ਉੱਠਦਿਆਂ ਸਾਰੀ ਨਸ਼ਾ, ਪਾਣੀ ਵੀ ਨਹੀਂ। ਕਈਆਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਮੂੰਹ ਨਸ਼ੇ ਨੂੰ ਲਾਉਂਦੇ ਆ। ਉਹ ਹਜੇ ਰਾਤ ਦਾ ਨਸ਼ਾ ਉਹਨਾਂ ਦਾ ਉਤਰਿਆ ਨਹੀਂ ਹੁੰਦਾ, ਤੇ ਸਵੇਰੇ ਉੱਠਦਿਆਂ ਪਹਿਲਾਂ ਨਸ਼ਾ ਉਹਨਾਂ ਦੇ ਮੁਖ ਵਿੱਚ ਜਾਂਦਾ ਹੈ। ਤੇ ਜੇ ਕਹਿੰਦੇ ਅਸੀਂ ਰੋਕਦੇ ਹਾਂ, ਅੱਗੋਂ ਕਹਿੰਦੇ ਜੀ ਰਾਤ ਦੀ ਜਿਹੜੀ ਚੜੀ ਸੀ ਉਹ ਉਤਾਰਨ ਲਈ ਪੀਤੀ ਹੈ। ਕਈਆਂ ਦੇ ਹੁਣ ਉਸ ਘਰ ਦੇ ਵਿੱਚ ਸੁੱਖ ਕਿੱਥੇ ਹੋਏਗਾ, ਉਸ ਘਰ ਵਿੱਚ ਖੁਸ਼ੀਆਂ ਕਿੱਥੇ ਆਉਣਗੀਆਂ। ਉਹ ਘਰ ਤੇ ਨਰਕ ਹੈ ਜਿੱਥੇ ਉੱਠਦਿਆਂ ਹੀ ਕਲੇਸ਼ ਪੈਣਾ ਸ਼ੁਰੂ ਹੋ ਜਾਏ, ਜਿੱਥੇ ਉੱਠਦਿਆਂ ਹੀ ਝਗੜੇ ਸ਼ੁਰੂ ਹੋ ਜਾਣ, ਗਾਲੀ ਗਲੋਚ ਸ਼ੁਰੂ ਹੋ ਜਾਏ। ਖੈਰ ਆਪਾਂ ਇਹ ਰਸ ਲਈਏ ਅੱਜ ਦੇ ਸ਼ਬਦ ਦਾ। ਮਹਾਰਾਜ ਜੀ ਕਹਿੰਦੇ ਅਨੰਦ ਬਿਨੋਦ ਤਿਤੈ ਘਰ ਸੋਹੈ, ਉਸ ਘਰ ਦੇ ਵਿੱਚ ਆਨੰਦ, ਉਸ ਘਰ ਵਿੱਚ ਖੁਸ਼ੀਆਂ ਸ਼ੋਭਦੀਆਂ ਨੇ। ਕਿਹੜੇ 'ਚ? ਜੋ ਤਨ ਕੰਤ ਸ਼ਿੰਗਾਰੀ ਜਿਉ। ਜਿੰਨਾ ਵੀ ਆਪਾਂ ਵਿਚਾਰ ਕੀਤੀ ਆ ਉਹ ਇੱਥੇ ਆ ਕੇ ਕਲੀਅਰ ਹੋਣੀ ਆ। ਜੋ ਧਨ, ਜਿਸ ਜੀਵ ਇਸਤਰੀ ਨੂੰ ਕੰਤ ਦੇ ਤੱਤੇ ਨੂੰ ਸਿਹਾਰੀ ਕੰਤ ਨੇ ਸ਼ਿੰਗਾਰੀ, ਕਹਿੰਦੇ ਨੇ ਨਾਮ ਦੇ ਰੰਗ ਦੇ ਵਿੱਚ ਸ਼ਿੰਗਾਰ ਦਿੱਤਾ। ਜਿਸ ਜੀਵ ਇਸਤਰੀ ਨੂੰ ਕੰਤ ਨੇ ਤਰੁੱਠ ਕੇ ਨਾਮ ਰੰਗ ਦੇ ਵਿੱਚ ਸ਼ਿੰਗਾਰ ਦਿੱਤਾ, ਉਸ ਘਰ ਦੇ ਵਿੱਚ ਸਦਾ ਖੁਸ਼ੀਆਂ ਹੀ ਸ਼ੋਭਦੀਆਂ ਨੇ, ਉਸ ਘਰ ਦੇ ਵਿੱਚ ਸਦਾ ਆਨੰਦ ਹੀ ਸ਼ੋਭਦਾ ਹੈ। ਅਸੀਂ ਵੀ ਮਾਲਕ ਅੱਗੇ ਅਰਦਾਸ ਕਰੀਏ ਕਿ ਮਾਲਕ ਜੀ ਅਸੀਂ ਦੁਬਦਾ ਵਿੱਚ ਪੈ ਗਏ। ਉਹ ਦੁਬਦਾ ਵਿੱਚ ਪੈਣ ਨਾਲ ਬਾਹਰ ਦਾ ਹੀ ਸ਼ਿੰਗਾਰ ਸਾਨੂੰ ਦਿਸਿਆ ਤੇ ਬਾਹਰ ਦਾ ਹੀ ਸ਼ਿੰਗਾਰ ਕਰਦੇ ਰਹੇ, ਅੰਦਰ ਦੇ ਸ਼ਿੰਗਾਰ ਦੀ ਸੋਝੀ ਕੋਈ ਨਹੀਂ ਆਈ। ਜਦੋਂ ਤੁਹਾਡੇ ਬਚਨ ਅਸੀਂ ਪੜ੍ਹੇ ਕਿ ਭਾਤ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਲੱਖਾਂ ਸ਼ਿੰਗਾਰ ਬਾਲ ਦੇ ਬਣਾਏ ਪਰ ਆ ਆਨੰਦ ਬਿਨੋਦ ਤਿਤੈ ਘਰ ਸੋਹੈ ਵਾਲੀ ਖੇਡ ਨਹੀਂ ਬਣੀ। ਲੱਖਾਂ ਸ਼ਿੰਗਾਰ ਬਾਹਰ ਦੇ ਕੀਤੇ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਕੋਈ ਕਸਰ ਅਸੀਂ ਛੱਡੀ ਨਹੀਂ। ਲੱਖਾਂ ਸ਼ਿੰਗਾਰ ਕੀਤੇ ਪਰ ਅੰਦਰ ਤਾਂ ਖੁਸ਼ੀਆਂ ਟਿਕੀਆਂ ਹੀ ਨਹੀਂ, ਕਿਉਂਕਿ ਦੋ ਭਾਵਨਾਵਾਂ ਸੀ ਬਣ ਗਈਆਂ, ਦੋ ਰਾਹ ਬਣ ਗਏ।
ਹੁਣ ਇੱਕ ਨਾਲ ਅਸੀਂ ਸਾਂਝ ਪਾਉਣੀ ਪੈ ਗਈ ਦੂਜੇ ਦੇ ਨਾਲ। ਜਦੋਂ ਦੂਜੇ ਨਾਲ ਨਿਰੰਕਾਰ ਨਾਲ ਸਾਂਝ ਪਾਉਣੀ ਸੀ ਪੈ ਗਈ ਸੰਸਾਰ ਨਾਲ। ਨਿਰੰਕਾਰ ਨਾਲ ਪਿਆਰ ਪਾਉਣਾ ਸੀ ਪੈ ਗਿਆ ਸੰਸਾਰ ਨਾਲ। ਉਹਨੇ ਐਸਾ ਕੁਰਾਹੇ ਪਾਇਆ ਕਿ ਬਾਹਰ ਦੇ ਸ਼ਿੰਗਾਰ ਤੋਂ ਵੇਲ ਹੀ ਨਹੀਂ ਮਿਲਿਆ। ਇਸ ਲਈ ਜਿਸ ਕੰਤ ਨੇ ਜਿਸ ਜੀਵ ਇਸਤਰੀ ਨੂੰ ਘਰ ਦੇ ਅੰਦਰ ਨਾਮ ਦਾ ਰੰਗ ਲਾ ਦਿੱਤਾ, ਉਸ ਘਰ ਦੇ ਵਿੱਚ ਖੁਸ਼ੀਆਂ, ਉਸ ਘਰ ਦੇ ਵਿੱਚ ਆਨੰਦ ਸ਼ੋਭਦੇ ਹਨ। ਸਾ ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚਖਣ, ਜੋ ਧਨ ਕੰਤ ਪਿਆਰੀ ਜਿਉ। ਪਹਿਲੇ ਪਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਵੀ ਜੋ ਧਨ ਕੰਤ ਸ਼ਿੰਗਾਰੀ ਜੀਓ। ਕੰਤ ਨੇ ਜਿਸ ਜੀਵ ਇਸਤਰੀ ਨੂੰ ਨਾਮ ਦੇ ਰੰਗ ਵਿੱਚ ਸ਼ਿੰਗਾਰ ਦਿੱਤਾ। ਹੁਣ ਦੂਸਰੇ ਪਦੇ ਵਿੱਚ ਕਹਿੰਦੇ ਜੋ ਧਨ ਕੰਤ ਪਿਆਰੀ ਜੀਓ, ਜਿਹੜੇ ਮੇਰੇ ਕੰਤ ਪਿਆਰੇ ਪਰਮੇਸ਼ਵਰ ਜੀ ਨੂੰ ਜੀਵ ਇਸਤਰੀ ਪਿਆਰੀ ਲੱਗਣ ਲੱਗ ਪਈ। ਗੁਰੂ ਸਾਹਿਬ ਜੀ ਨੇ ਤਾਂ ਤਿਆਰੀ ਕਰਵਾਈ ਸੀ, ਅਸੀਂ ਹੀ ਧਿਆਨ ਨਹੀਂ ਦਿੱਤਾ। ਗੁਰੂ ਸਾਹਿਬ ਨੇ ਕਿਹਾ ਸੀ ਆ ਜਿਹੜੇ ਤੂੰ ਸ਼ਿੰਗਾਰ ਕਰਕੇ ਬੈਠਾ ਨਾ, ਇਦਾਂ ਨਹੀਂ ਉਹਨੂੰ ਪਿਆਰਾ ਲੱਗਣ ਲੱਗਾ, ਇਦਾਂ ਨਹੀਂ ਤੈਨੂੰ ਉਹ ਪਿਆਰਾ ਲੱਗੇਗਾ, ਜਾਂ ਉਹਨੂੰ ਤੂੰ ਪਿਆਰਾ ਨਹੀਂ ਇਦਾਂ ਲੱਗੇਗਾ। ਜਿਵੇਂ ਗੁਰੂ ਸਾਹਿਬ ਕਹਿੰਦੇ ਆ ਜੇ ਉਹ ਸ਼ਿੰਗਾਰ ਕਰ ਲਈਏ ਤੇ ਫਿਰ ਉਸ ਵਾਹਿਗੁਰੂ ਨੂੰ ਪਿਆਰੇ ਲੱਗ ਸਕਦੇ ਆ। ਗੁਰੂ ਸਾਹਿਬ ਕੋਲ ਆਏ ਵੀ ਸਾਨੂੰ ਕੰਤ ਜੀ ਖੁਸ਼ੀਆਂ ਦੇ ਦੇਣਗੇ, ਰੱਬ ਜੀ ਖੁਸ਼ੀਆਂ ਦੇ ਦੇਣਗੇ ਸਾਨੂੰ, ਕਿ ਰੱਬ ਜੀ ਸਾਡੀ ਝੋਲੀਆਂ ਖੁਸ਼ੀਆਂ ਨਾਲ ਭਰ ਦੇਣਗੇ, ਕਿ ਅਸੀਂ ਉਸ ਕੰਤ ਨੂੰ ਵਾਹਿਗੁਰੂ ਪਰਮੇਸ਼ਵਰ ਨੂੰ ਪਿਆਰੇ ਲੱਗਣ ਲੱਗ ਜਾਾਂਗੇ। ਤੇ ਮਹਾਰਾਜ ਜੀ ਕਹਿੰਦੇ ਨਹੀਂ, ਜਿਹੜੇ ਰੰਗਾਂ ਵਿੱਚ ਤੂੰ ਰੰਗਿਆ ਫਿਰਦਾ ਇਵੇਂ ਤੇ ਉਹਨੇ ਤੇਰੇ ਵੱਲ ਵੇਖਣਾ ਵੀ ਨਹੀਂ। ਕਿਰਪਾ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਵੇਖਣਾ ਵੀ ਨਹੀਂ ਤੇਰੇ ਵੱਲ। ਆ ਮੈਂ ਤੇਰੀ ਤਿਆਰੀ ਕਰਾਵਾਂ। ਅਸਲ ਵਿੱਚ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਰਦੁਆਰਾ ਸਾਹਿਬ ਅਸੀਂ ਅਸੰਗਤ ਵਿੱਚ ਆਉਣਾ ਕਿਸ ਮਕਸਦ ਲਈ ਸੀ, ਪਰ ਅਸੀਂ ਆ ਕਿਹੜੇ ਮਕਸਦ ਲਈ ਰਹੇ ਹਾਂ? ਅਸੀਂ ਮਕਸਦ ਭੁੱਲ ਗਏ। ਜਿਨ੍ਹਾਂ ਨੂੰ ਚੇਤੇ ਆ ਮੁਬਾਰਕ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਉਹ ਸ਼ਿੰਗਾਰ ਨਹੀਂ ਕਰ ਸਕੇ ਤੇ ਗੁਰੂ ਨੇ ਉਹ ਸ਼ਿੰਗਾਰ ਸਾਨੂੰ ਕਰਨ ਦੀ ਜਾਚ ਸਿਖਾਉਣੀ ਹੈ। ਅਸੀਂ ਦਰ ਬਾ ਦਰ ਭਟਕ ਰਹੇ ਹਾਂ ਤੇ ਅਸੀਂ ਜਨਮ ਲੇਖੇ ਲਾਉਣਾ, ਉਹ ਗੁਰੂ ਦੇ ਰਾਹੀਂ ਲੱਗ ਸਕਦਾ ਹੈ। ਉਹਨਾਂ ਨੇ ਫਿਰ ਆ ਕੇ ਬੇਨਤੀਆਂ ਕੀਤੀਆਂ ਮਹਾਰਾਜ ਜੀ ਅੱਗੇ, ਤੇ ਗੁਰੂ ਸਾਹਿਬ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਕਿਵੇਂ ਉਹ ਕਹਿਣ ਲੱਗੇ ਤੈਨੂੰ ਪਿਆਰਾ ਲੱਗੇਗਾ, ਜਾਂ ਤੂੰ ਉਹਨੂੰ ਕਿਵੇਂ ਪਿਆਰੀ ਲੱਗੇਗੀ, ਕਿਉਂਕਿ ਲੀਤੜਾ ਲੱਭ ਰੰਗਾਏ, ਤੇਰਾ ਝੋਲਾ ਤੇ ਲੱਭ ਲੋਭ ਨਾਲ ਲਿਬੜਿਆ ਪਿਆ, ਵਿਕਾਰਾਂ 'ਚ ਚਿੱਕੜ ਨਾਲ ਲਿਬੜਿਆ ਪਿਆ। ਤੂੰ ਬਾਹਰੋਂ ਜਿਹੜਾ ਵਿਕਾਰਾਂ ਦਾ ਚਿੱਕੜ ਹੈ ਉਹਦੇ 'ਚ ਬਦਬੂ ਆਉਂਦੀ ਆ ਨਾ, ਪਰ ਅਸੀਂ ਤੇ ਬਾਹਰੋਂ ਇਤਰ ਛਿੜਕ ਕੇ ਅਸੀਂ ਖੁਸ਼ਬੂ ਕਰ ਲਈ ਤਾਂ ਕਿ ਸਮੈਲ ਨਾ ਆਵੇ। ਪਰ ਜਦੋਂ ਅਸੀਂ ਅੱਖਾਂ ਖੋਲੀਆਂ, ਜਦੋਂ ਅਸੀਂ ਮੂੰਹ ਖੋਲਿਆ, ਤੇ ਮਹਾਰਾਜ ਕਹਿੰਦੇ ਮੁਖ ਆਵਤ ਤਾਂ ਕਹਿ ਦੁਰਗੰਧ, ਤੇਰੇ ਅੰਦਰੋਂ ਤੇ ਦੁਰਗੰਧ ਭੈੜੀ ਬਦਬੂ ਆ ਰਹੀ ਹੈ। ਜਿਹੜੇ 9 ਦੁਆਰੇ ਸੀ, 9 ਦੇ 9 ਦੁਆਰਿਆਂ 'ਚੋਂ ਗੰਦਗੀ ਸਿਮ ਰਹੀ ਹੈ। ਕਿਵੇਂ ਉਹ ਕੰਤ ਤੈਨੂੰ ਖੁਸ਼ੀਆਂ ਦੇਵੇ, ਤੂੰ ਉਹਨੂੰ ਕਿਵੇਂ ਪਿਆਰੀ ਲੱਗੇ? ਪਹਿਲਾਂ ਇਹ ਤੈਨੂੰ ਆਪਣਾ ਜੀਵਨ ਸਾਫ਼ ਸੁਥਰਾ ਕਰਨਾ ਪੈਣਾ। ਇਸ ਲਈ ਮਹਾਰਾਜ ਨੇ ਆਖਿਆ, ਕਹਿੰਦੇ ਜੋ ਤਨ ਕੰਤ ਪਿਆਰੀ ਜੀਓ, ਜੋ ਜਿਹੜੀ ਜੀਵ ਇਸਤਰੀ ਕੰਤ ਨੂੰ ਪਿਆਰੀ ਲੱਗੀ ਉਹਨੂੰ ਕਹਿੰਦੇ ਆ ਸਾ ਗੁਣਵੰਤੀ ਸਾ ਵੱਡ ਭਾਗਣ। ਸਾ ਮੈਨੇ ਉਹ ਪਹਿਲਾਂ ਅਰਥ ਇਸੇ ਲਈ ਇਹਦੇ ਕੀਤੇ ਆ ਵੀ ਜੋ ਧਨ ਕੰਤ ਪਿਆਰੀ ਜੀਓ, ਜਿਹੜੀ ਧਨ ਇਸਤਰੀ ਕੰਤ ਨੂੰ ਪਿਆਰੀ ਲੱਗਣ ਲੱਗ ਪਈ। ਸਾ ਮੈਨੇ ਉਹ ਗੁਣਵੰਤੀ ਹੈ।
ਦੋ ਹੀ ਬਚਨ ਨੇ ਨਾ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ, ਇੱਕ ਦੁਹਾਗਣ ਤੇ ਇੱਕ ਸੁਹਾਗਣ, ਇੱਕ ਹੈ ਕੁਚੱਜੀ ਤੇ ਇੱਕ ਹੈ ਸੁਚੱਜੀ। ਹੁਣ ਜਿਹੜੀ ਕੰਤ ਨੂੰ ਪਿਆਰੀ ਹੈ ਉਹ ਸੁਚੱਜੀ ਹੈ, ਉਹ ਸੁਹਾਗਵਤੀ ਹੈ, ਉਹ ਸੁਹਾਗਣ ਹੈ। ਤੇ ਜਿਹੜੀ ਮੇਰੇ ਕੰਤ ਨੂੰ ਪਿਆਰੀ ਨਹੀਂ ਲੱਗਦੀ ਪਈ, ਜਿਹੜੇ ਲੱਭ ਲੋਭ ਵਿੱਚ ਲਿਬੜੀ ਪਈ ਆ, ਉਹ ਦੁਹਾਗਣ ਹੈ, ਉਹ ਕੁਚੱਜੀ ਹੈ। ਉਹਨੂੰ ਚਾਜੀ ਨਹੀਂ ਆਇਆ ਆਪਣਾ ਆਚਰਣ ਕਿਵੇਂ ਸਾਫ਼ ਰੱਖਣਾ, ਕਿਵੇਂ ਆਪਾਂ ਕਰੈਕਟਰ ਨੂੰ ਸਾਫ਼ ਸੁਥਰਾ ਜਾਂ ਕਹਿ ਲਓ ਕਿ ਸੁਚੱਜੀ ਕਰੈਕਟਰ ਵਾਲੀ ਹੈ, ਕੁਚੱਜੀ ਕਰੈਕਟਰਲੈਸ ਹੈ। ਇਸ ਭਾਸ਼ਾ 'ਚ ਸਮਝ ਲਈਏ ਆਪਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਸੁਚੱਜੀ ਹੈ, ਜਿਹੜੀ ਕੰਤ ਨੂੰ ਪਿਆਰੀ ਲੱਗਣ ਲੱਗ ਪਈ। ਸਾ ਗੁਣਵੰਤੀ, ਇਹ ਗੁਣਵੰਤੀ ਹੈ, ਇਹਦੇ ਕੋਲ ਸ਼ੁਭ ਗੁਣਾਂ ਦੇ ਖਜ਼ਾਨੇ ਨੇ। ਸਾ ਵੱਡ ਭਾਗਣ, ਇਹ ਵੱਡੇ ਭਾਗਾਂ ਵਾਲੀ ਹੈ। ਪੁੱਤਰਵੰਤੀ, ਇਹ ਅਸਲ ਵਿੱਚ ਪੁੱਤਰ ਵਾਲੀ ਹੈ, ਪੁੱਤਰਵੰਤੀ ਹੈ। ਹੁਣ ਜੀਵ ਇਸਤਰੀ ਜਿਹੜੀ ਅੰਦਰ ਹੈ, ਉਹਦਾ ਪੁੱਤਰ ਕੌਣ ਹੈ? ਉਹਨੇ ਕਿਹਨੂੰ ਜਨਮ ਦਿੱਤਾ ਹੈ? ਇਸ ਜੀਵ ਇਸਤਰੀ ਨੇ ਮਨ ਨੂੰ ਜਨਮ ਦਿੱਤਾ ਹੈ। ਇਹ ਮਨ ਜਿਹੜਾ ਹੈ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਮੂਲ ਕੀ ਹੈ? ਸਾਡੀ ਮਾਤਾ, ਜਿਹਦੇ ਰਾਹੀਂ ਸਾਡਾ ਜਨਮ ਹੋਇਆ। ਤੇ ਜੇ ਸਾਡੀ ਮਾਤਾ ਹੀ ਨਾ ਹੁੰਦੀ ਤੇ ਫਿਰ ਆਪਾਂ ਜਨਮ ਕਿੱਥੋਂ ਲੈ ਲੈਂਦੇ? ਇਹ ਜੀਵ ਇਸਤਰੀ ਮੂਲ ਹੈ ਉਸ ਮਨ ਦਾ। ਹੁਣ ਜਦੋਂ ਇਹ ਸੁਹਾਗਣ ਬਣੀ ਹੈ ਤੇ ਬਣੀ ਤਾਂ ਮਨ ਦੇ ਰਾਹੀਂ ਹੈ। ਜੇ ਇਹ ਵਡਭਾਗਣ ਬਣੀ ਹੈ ਤੇ ਬਣੀ ਤਾਂ ਮਨ ਦੇ ਰਾਹੀਂ, ਕਿਉਂਕਿ ਗੁਣ ਤਾਂ ਮਨ ਨੇ ਲਿਆ ਕੇ ਦਿੱਤੇ ਆ। ਕੰਤ ਦੇ ਨਾਮ ਦਾ ਸ਼ਿੰਗਾਰ ਤੇ ਮਨ ਰਾਹੀਂ ਕੀਤਾ ਗਿਆ, ਨਾਮ ਦਾ ਰਸ ਵੀ ਇਹਨੂੰ ਮਨ ਦੇ ਰਾਹੀਂ ਮਿਲਿਆ। ਹੁਣ ਮਨ ਵੀ ਜਿਹੜਾ ਹੈ ਉਹ ਸੁਚੱਜਾ ਹੋ ਗਿਆ। ਪੁੱਤਰਵੰਤੀ ਅਖਾਉਂਦੀ ਹੈ, ਸੀਲਵੰਤ, ਮਿੱਠੇ ਸੁਭਾਅ ਵਾਲੀ, ਠੰਡੇ ਸੁਭਾਅ ਵਾਲੀ। ਇਹਦਾ ਸੁਭਾਅ ਬੜਾ ਹੀ ਸ਼ੀਤਲ ਵਾਲਾ ਹੈ। ਸ਼ੀਲ ਮੈਨੇ ਸ਼ੀਤਲ, ਠੰਡਾ, ਠੰਡਾ ਸੁਭਾਅ ਹੈ, ਮਿੱਠਾ ਸੁਭਾਅ ਹੈ, ਕਿਉਂਕਿ ਇਹਦਾ ਕੰਤ ਮਿੱਠ ਬੋਲੜਾ ਹੈ। ਇਹਦੇ ਕੰਤ ਦਾ ਸੁਭਾਅ ਬੜਾ ਮਿੱਠ। ਤਾਂ ਹੀ ਤੇ ਮਹਾਰਾਜ ਨੇ ਆਖਿਆ ਸੀ ਕਿ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਆ ਮੂਰਤੀਆਂ ਭਾਵੇਂ ਦੋ ਹੋਣ, ਪਰ ਅੰਦਰ ਦੀ ਜੋਤ ਇੱਕ ਹੋਣੀ ਚਾਹੀਦੀ ਹੈ। ਜੇ ਸੰਸਾਰ ਵਿੱਚ ਅਸੀਂ, ਜਦੋਂ ਸਾਡੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਆ, ਜੇ ਦੋਵਾਂ ਦੇ ਸੁਭਾਅ ਵਿੱਚ ਫਰਕ ਹੋਵੇ ਤੇ ਨਹੀਂ ਗੱਲ ਬਣੇਗੀ। ਦੋਵਾਂ ਦੀ ਸੋਚ ਵਿੱਚ ਫਰਕ ਹੋਵੇ, ਤਾਲਮੇਲ ਨਹੀਂ ਬਣੇਗਾ, ਉੱਥੇ ਭਾਂਡੇ ਖੜਕਦੇ ਆ। ਫਿਰ ਜੇ ਦੋਵਾਂ ਦੀ ਸੋਚ ਇੱਕ ਹੋ ਜਾਏ, ਵਿਚਾਰ ਇੱਕ ਹੋ ਜਾਏ, ਰਸਤਾ ਇੱਕ ਹੋ ਜਾਏ, ਖਿਆਲ ਇੱਕ ਹੋ ਜਾਏ, ਫਿਰ ਧਨ ਪਿਰ ਕਹੀਐ ਸੋਏ ਦੀ ਖੇਡ ਬਣਦੀ ਹੈ। ਅਸੀਂ ਗੁਰੂ ਸਾਹਿਬ ਦੇ ਕੋਲ ਆ ਕੇ ਆਪਣੀ ਸੋਚ ਖਤਮ ਕਰਨੀ ਹੈ। ਅਸੀਂ ਮਾਇਆਵੀ ਸੋਚ ਖਤਮ ਕਰਕੇ, ਅਸੀਂ ਵਿਕਾਰਾਂ ਵਾਲੀ ਸੋਚ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਸੋਚ ਬਣਾਉਣੀ ਹੈ। ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ ਕਿ ਜੇ ਤੂੰ ਇਹ ਇੱਕ ਜੋਤ ਹੋਣਾ ਚਾਹੁੰਦਾ ਹੈ, ਜੇ ਤੂੰ ਪਰਮੇਸ਼ਵਰ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ, ਤੇ ਫਿਰ ਪਹਿਲਾ ਮਰਨ ਕਬੂਲ। ਇਹਦਾ ਅਰਥ ਕੀ ਸੀ? ਆਪਣੀ ਮਤ ਨੂੰ ਖਤਮ ਕਰ, ਆਪਣੀ ਸੋਚ ਖਤਮ ਕਰ, ਆਪਣੇ ਖਿਆਲ ਖਤਮ ਕਰ। ਇੱਥੇ ਆ ਕੇ ਗੁਰੂ ਦੀ ਮਤ ਲੈ, ਗੁਰੂ ਵਾਲੀ ਸੋਚ ਬਣਾ। ਆਪਣੇ ਜਿਹੜੇ ਤੂੰ ਸ਼ਿੰਗਾਰ ਕੀਤੇ ਹੋਏ ਆ, ਇਹਨੂੰ ਛੱਡ, ਗੁਰੂ ਵਾਲਾ ਸ਼ਿੰਗਾਰ ਕਰਕੇ ਵੇਖ। ਗੁਰੂ ਵਾਲਾ ਜਿਹੜਾ ਸ਼ਿੰਗਾਰ ਕੀਤਾ, ਗੁਰੂ ਦੀ ਮਤ ਲਈ, ਗੁਰੂ ਦੀ ਸੋਚ ਲਈ, ਫਿਰ ਆਪੇ ਹੀ ਇੱਕ ਜੋਤ ਹੋ ਜਾਵਾਂਗੇ। ਇਸ ਲਈ ਸਾਹਿਬ ਜੀ ਨੇ ਆਖਿਆ, ਉਹ ਗੁਣਵੰਤੀ ਹੈ, ਉਹ ਵਡਭਾਗਣ ਹੈ, ਉਹ ਪੁੱਤਰਵੰਤੀ ਹੈ, ਔਰ ਉਹ ਸ਼ੀਲਵੰਤ ਹੈ, ਉਹ ਮਿੱਠੇ ਸੁਭਾਅ ਵਾਲੀ ਹੈ। ਉਹ ਬਿਲਕੁਲ ਕਹਿਣ ਲੱਗੇ ਸ਼ਾਂਤ ਸੁਭਾਅ ਵਾਲੀ ਹੋ ਗਈ। ਸੁਹਾਗਣ, ਉਹ ਸ਼ੁਭ ਗੁਣਾ ਵਾਲੀ, ਹੁਣ ਸੁਹਾਗ ਵਾਲੀ ਹੋ ਗਈ। ਨਹੀਂ ਤੇ ਜੇ ਆਹ ਗੁਣ ਨਹੀਂ ਨਾ ਆਏ ਹਜੇ, ਤੇ ਫਿਰ ਉਹ ਤਿਲਾਂ ਵਾਲੀ ਹਾਲ ਹੈ, ਜਿਹੜੀ ਛੁੱਟੈ ਤਿਲ ਬੁਆੜ ਜਿਉਂ ਸੁਣਿਆ ਅੰਦਰ ਖੇਤ। ਜਿਵੇਂ ਉਹ ਖੇਤ ਵਿੱਚ ਤਿਲਾਂ ਦੇ ਬੂਟੇ ਜਿਨ੍ਹਾਂ ਵਿੱਚ ਤਿਲ ਨਹੀਂ ਹੁੰਦੇ, ਉਹ ਸੁੰਝੇ ਹੀ ਪਏ ਰਹਿੰਦੇ ਆ। ਤੇ ਜਿਹੜੇ ਸੁੰਝੇ ਰਹਿੰਦੇ ਆ, ਉਹਨਾਂ ਦੇ ਫਿਰ ਇੱਕ ਖਸਮ ਨਹੀਂ 100 ਖਸਮ ਬਣ ਜਾਂਦੇ ਆ। ਇੱਕ ਮਾਲਕ ਨਹੀਂ, ਉਹਨਾਂ ਦੇ ਪਤਾ ਹੀ ਨਹੀਂ ਕਿੰਨੇ ਮਾਲਕ ਬਣ ਜਾਂਦੇ ਆ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰਸ ਹੈ, ਉਹਦਾ ਇੱਕੋ ਹੀ ਮਾਲਕ ਹੁੰਦਾ ਹੈ।
ਉਹਦਾ ਇੱਕੋ ਹੀ ਖਸਮ ਹੁੰਦਾ ਹੈ। ਤੇ ਸਾਨੂੰ ਬਾਣੀ ਵੀ ਇੱਕ ਦੀ ਦਿੱਤੀ ਹੈ, ਬਹੁਤਿਆਂ ਦੀ ਨਹੀਂ ਦਿੱਤੀ। ਇੱਕ ਦੀ ਹੀ ਬਾਣੀ ਦਿੱਤੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਬਸ ਉਹ ਖਸਮ ਦੀ ਬਾਣੀ ਸਾਨੂੰ ਦਿੱਤੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡੇ ਖਸਮ ਦਾ ਸੁਭਾਅ ਕਿੱਦਾਂ ਦਾ ਹੈ, ਸਾਡੇ ਕੰਤ ਦਾ ਪਤੀ ਪਰਮੇਸ਼ਵਰ ਦਾ ਸੁਭਾਅ ਕਿੱਦਾਂ ਦਾ ਹੈ, ਅਸੀਂ ਫਿਰ ਉੱਦਾਂ ਦਾ ਸੁਭਾਅ ਆਪਣਾ ਬਣਾਈਏ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਉਹ ਜਿੱਥੇ ਗੁਣਵੰਤੀ ਹੈ, ਵਡਭਾਗਣ ਹੈ, ਪੁੱਤਰਵੰਤੀ ਹੈ, ਸ਼ੀਲਵੰਤ ਹੈ, ਸੁਹਾਗਣ ਹੈ, ਰੂਪਵੰਤ ਸਾ ਸੁਗੜ ਵਿਚਖਣ, ਉਹ ਰੂਪਵੰਤ ਵੀ ਹੈ, ਉਹਨੂੰ ਬਾਹਰ ਦੇ ਸ਼ਿੰਗਾਰ ਦੀ ਲੋੜ ਨਹੀਂ ਪੈਂਦੀ। ਉਹਦਾ ਇੱਕ ਨਾਮ ਦੇ ਰੰਗ ਵਿੱਚ ਰੰਗੇ ਹੋਏ ਦਾ ਚਿਹਰੇ ਤੇ ਨੂਰ ਹੀ ਵੱਖਰਾ ਹੁੰਦਾ ਹੈ, ਉਹਦੇ ਚਿਹਰੇ ਤੇ ਚਮਕ ਹੀ ਵੱਖਰੀ ਹੁੰਦੀ ਹੈ, ਉਹਦੀ ਰੂਹਾਨੀਅਤ ਹੀ ਚਿਹਰੇ ਦੀ ਵੱਖਰੀ ਹੁੰਦੀ ਹੈ। ਉਹਨੂੰ ਕੋਈ ਮੇਕਅਪ ਕਰਨ ਦੀ ਲੋੜ ਨਹੀਂ ਪੈਂਦੀ, ਉਹਨੂੰ ਕੋਈ ਵੱਖਰਾ ਸ਼ਿੰਗਾਰ ਕਰਨ ਦੀ ਲੋੜ ਨਹੀਂ ਪੈਂਦੀ ਹੈ। ਕਹਿੰਦੇ ਰੂਪਵੰਤ, ਉਹ ਰੂਪਵੰਤੀ ਹੋ ਜਾਂਦੀ ਹੈ, ਉਹਦੇ ਉੱਤੇ ਰੂਪ ਰੰਗ ਚੜ ਜਾਂਦਾ ਹੈ ਪਰਮੇਸ਼ਵਰ ਦੇ ਨਾਮ ਦਾ। ਤਾਂ ਹੀ ਤੇ ਆਖਿਆ ਸੀ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ। ਉਹਨਾਂ ਨੂੰ ਵੱਖਰੇ ਸ਼ਿੰਗਾਰ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਦਾਂ ਦੀ ਗੱਲ ਆਵੇ ਤੇ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਕਿ ਆਨੰਦ ਕਾਰਜ ਵੇਲੇ ਸਾਡਾ ਬਹੁਤਾ ਧਿਆਨ ਬਾਹਰ ਦੇ ਸ਼ਿੰਗਾਰ ਵਿੱਚ, ਬਹੁਤਾ ਸਮਾਂ ਬਾਹਰ ਦੇ ਸ਼ਿੰਗਾਰ ਵਿੱਚ ਹੀ ਲੰਘ ਜਾਂਦਾ ਹੈ। ਕਿੰਨਾ ਚੰਗਾ ਹੋਵੇ ਕਿ ਜਿਹੜੇ 5-5 4-4 ਘੰਟੇ ਅਸੀਂ ਸ਼ਿੰਗਾਰਨ ਨੂੰ ਲਾ ਦਿੱਤੇ ਬਾਹਰ। ਪੁੱਛਿਆ ਜੀ 3 ਵੱਜ ਗਏ ਅਜੇ ਤੱਕ ਨਾ ਬੱਚੀ ਵਾਲੇ ਆਏ ਨਾ ਬੱਚੇ ਵਾਲੇ ਆਏ, ਕਿੱਥੇ ਰਹਿ ਗਏ? ਉਹ ਕਹਿੰਦੇ ਜੀ ਪਰਿਵਾਰ ਤੇ ਇਕੱਠਾ ਹੋਇਆ ਪਰ ਅਜੇ ਬੱਚਾ ਬੱਚੀ ਨਹੀਂ ਆਏ। ਉਹ ਵੀ ਤਿਆਰ ਹੋਣ ਗਿਆ, ਉਹ ਵੀ ਤਿਆਰ ਹੋਣ ਗਈ ਹੈ, ਮੁੜ ਕੇ ਆਏ ਕੋਈ ਨਹੀਂ, 3 ਘੰਟੇ ਹੋ ਗਏ। ਤਿਆਰੀ ਇੰਨੀ ਜ਼ਿਆਦਾ ਹੋ ਰਹੀ ਹੈ ਵੀ 3 ਘੰਟੇ ਹੋ ਗਏ, ਨਾ ਉਹ ਤਿਆਰ ਹੋਇਆ ਨਾ ਉਹ ਤਿਆਰ ਹੋਈ ਹੈ, 4-5 ਘੰਟੇ ਤਿਆਰੀ ਵਿੱਚ ਹੀ ਲਾ ਦਿੱਤੇ ਆ। ਕਿੰਨਾ ਚੰਗਾ ਹੁੰਦਾ ਜੇ ਉਹਦੇ ਨਾਲੋਂ 2 ਘੰਟੇ ਆਪਾਂ ਗੁਰੂ ਸਾਹਿਬ ਕੋਲ ਬਹਿ ਜਾਂਦੇ। ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਕਹਿੰਦੇ ਭਾਈ ਸਾਹਿਬ ਕੀਰਤਨ ਸੁਣਾਓ, ਅਸੀਂ ਸ਼ਿੰਗਾਰਨ ਲਈ ਆਏ ਹਾਂ, ਸਾਨੂੰ ਐਸਾ ਸ਼ਿੰਗਾਰ ਦਿਓ, ਰੱਬੀ ਰੰਗ ਦੇ ਵਿੱਚ ਐਸਾ ਰੰਗ ਦਿਓ ਕਿ ਅਸੀਂ ਇੱਥੋਂ ਜਾਈਏ ਤੇ ਆਹ ਵਾਲਾ ਜੀਵਨ ਲੈ ਕੇ ਜਾਈਏ, ਸੁਹਾਗਣ ਵਾਲਾ, ਗੁਣਵੰਤੀ ਵਾਲਾ। ਅਸੀਂ ਆਹ ਗੁਣ ਜਿਹੜੇ ਆ ਆਹ ਲੈ ਕੇ ਜਾਈਏ, ਵਡਭਾਗਣ ਵਾਲਾ। ਇਹ ਗੁਣ ਦੇਖੋ, ਭਾਈ ਰੂਪਾ ਤੇ ਭਾਈ ਸਾਧੂ ਦਾ ਨਾਮ ਤੁਸੀਂ ਸੁਣਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੇਲੇ ਜਦੋਂ ਇੱਕ ਗੁਰਸਿੱਖ ਪਰਿਵਾਰ ਦੀ ਬੱਚੀ ਭਾਈ ਸਾਧੂ ਨਾਲ ਵਿਆਹੀ ਗਈ ਤੇ ਭਾਈ ਸਾਧੂ ਦੇ ਘਰ ਦੇ ਵਿੱਚ ਕੀ ਹੈ, ਸਖੀ ਸਰੇਵੜੀਏ ਦੀ ਪੂਜਾ ਹੁੰਦੀ ਹੈ। ਹੁਣ ਬਾਬਲ ਨੇ ਆਖਿਆ ਧੀਏ ਮੈਂ ਤੈਨੂੰ ਗੁਰਮਤ ਦੇ ਰੰਗ ਵਿੱਚ ਰੰਗਿਆ ਸੀ, ਮੈਨੂੰ ਪਤਾ ਕੋਈ ਨਹੀਂ ਲੱਗਾ, ਪਰ ਜਿਸ ਘਰ 'ਚ ਤੂੰ ਜਾਣਾ ਉੱਥੇ ਪਤਾ ਨਹੀਂ ਤੈਨੂੰ ਨਾਮ ਰੰਗ ਮਿਲੇਗਾ ਕਿ ਨਹੀਂ। ਉਹਨੇ ਆਖਿਆ ਬਾਬਲਾ ਚਿੰਤਾ ਨਾ ਕਰ, ਜਿਹਦੇ ਰੰਗ ਵਿੱਚ ਮੈਨੂੰ ਰੰਗਿਆ ਉਹ ਮੇਰੀ ਲਾਜ ਆਪੇ ਰੱਖੇਗਾ। ਪੁੱਤਰਵੰਤੀ ਤੋਂ ਖਿਆਲ ਆਇਆ, ਕਹਿੰਦੇ ਉਹ ਆਪੇ ਮੇਰੇ ਪਰਦੇ ਕੱਜੇਗਾ। ਮੈਂ ਇੱਥੋਂ ਡੋਲੀ ਵਿੱਚ ਬਹਿ ਕੇ ਚੱਲੀ ਆਂ, ਪਰ ਮੈਂ ਲੈ ਕੇ ਕੀ ਚੱਲੀ ਆਂ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਗੁਰੂ ਮੇਰੇ ਨਾਲ ਚੱਲਿਆ। ਇੱਕ ਬਾਬਲ ਨੂੰ ਬਾਬਲ ਦੇ ਘਰ ਛੱਡ ਕੇ ਚੱਲੀਆਂ ਤੇ ਦੂਜੇ ਬਾਬਲ ਨੂੰ ਆਪਣੇ ਨਾਲ ਲੈ ਕੇ ਚੱਲੀਆਂ, ਤੇ ਜਿਸ ਬਾਬਲ ਨੂੰ ਮੈਂ ਨਾਲ ਲੈ ਕੇ ਚੱਲੀਆਂ ਉਹ ਆਪੇ ਪਰਦੇ ਕੱਜੇਗਾ। ਡੋਲੀ ਵਿੱਚ ਬਹਿ ਕੇ ਤੁਰ ਪਈ, ਬਸ ਗੁਰੂ ਗੁਰੂ ਜਪਦੀ ਜਾਂਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨ ਮਿਟੇ ਦਾਤ। ਤੇ ਜਦੋਂ ਆ ਪਿੰਡ ਡਰੋਲੀ ਤੱਕ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤ ਵੇਲੇ ਦਾ ਸਮਾਂ ਸੀ, ਰੱਬੀ ਬਾਣੀ ਦਾ ਕੀਰਤਨ ਚੱਲਦਾ ਸੀ। ਕੰਨਾਂ ਵਿੱਚ ਆਵਾਜ਼ ਪਈ ਤੇ ਆਖਿਆ ਵੀ ਡੋਲੀ ਰੋਕ, ਪਾਲਕੀ ਸੀ ਨਾ, ਕਹਿੰਦੇ ਰੋਕ ਦਿਓ। ਭਾਈ ਸਾਧੂ ਤੇ ਇਹਦੇ ਪਿਤਾ ਘੋੜੇ ਤੇ ਅੱਗੇ ਅੱਗੇ ਜਾ ਰਹੇ ਨੇ। ਉਸੇ ਵੇਲੇ ਜਿੱਧਰੋਂ ਆਵਾਜ਼ ਆਉਂਦੀ ਸੀ ਉਹ ਸ਼ਬਦ ਦੀ ਧੁਨੀ ਖਿੱਚ ਕੇ ਲੈ ਗਈ, ਜਾ ਕੇ ਸੰਗਤ ਵਿੱਚ ਜਾ ਕੇ ਬੈਠ ਗਈ। ਤੇ ਆਖਿਆ ਭਾਈ ਸਾਧੂ ਨੂੰ ਆਖਿਆ ਵੀ ਕਿੱਥੇ ਆ, ਪਿੱਛੇ ਡੋਲੀ ਨਹੀਂ ਆ ਰਹੀ, ਜਾ ਪਤਾ ਕਰ ਕਿੱਥੇ ਰਹਿ ਗਏ।
ਭਾਈ ਸਾਧੂ ਵੀ ਆਪਣੇ ਘੋੜੇ ਤੇ ਸਵਾਰ ਤੇ ਆਉਂਦੇ ਨੇ, ਲੱਭਦੇ ਲੱਭਦੇ ਜਿੱਥੇ ਸਤ ਸੰਗਤ ਹੋ ਰਹੀ ਹੈ ਉੱਥੇ ਵੇਖਿਆ ਵੀ ਜਿਹਨੂੰ ਮੈਂ ਵਿਆਹ ਕੇ ਲਿਆ ਰਿਹਾ ਉਹ ਆ ਇੱਥੇ ਬੈਠੇ ਆ। ਇਹ ਲੋਕ ਪਤਾ ਨਹੀਂ ਕਿਉਂ ਬੈਠੇ ਆ, ਪਤਾ ਨਹੀਂ ਸੀ ਨਾ। ਇਹ ਵੀ ਆ ਕੇ ਬੈਠ ਗਏ ਤੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ। ਬਸ ਗੁਰੂ ਉਹ ਜਿੰਨਾ ਚਿਰ ਦੇਖੋ ਸੰਗਤ ਵਿੱਚ ਤਾਂ ਇੱਕ ਪਲ ਵੀ ਬਹਿ ਜਾਓਗੇ ਤੇ ਪਤਾ ਨਹੀਂ ਕਿੰਨੀ ਬਖਸ਼ਿਸ਼ ਮਿਲ ਜਾਣੀ ਆ। ਜੇ ਗੁਰੂ ਸਾਹਿਬ ਵੱਲ ਮੁੱਖ ਕਰਕੇ ਇੱਕ ਪਲ ਵੀ ਸੰਗਤ ਵਿੱਚ ਬੈਠ ਜਾਾਂਗੇ ਨਾ ਤੇ ਇੱਕ ਪਲ ਵੀ ਪਤਾ ਨਹੀਂ ਕਿੰਨੀ ਰੰਗਤ ਦੇ ਜਾਏਗਾ। ਇੰਨੀ ਰੰਗਤ ਦੇ ਦਿੱਤੀ ਕਿ ਪਤਾ ਹੀ ਨਹੀਂ ਲੱਗਾ ਭਾਈ ਸਾਧੂ ਨੂੰ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਅੱਗੇ ਸਿਰ ਝੁਕ ਗਿਆ, ਨਮਸਕਾਰ ਕੀਤੀ, ਆਖਿਆ ਐਸੇ ਗੁਰੂ ਕੋ ਬਲ ਬਲ ਜਾਈਏ। ਸਤਿਗੁਰੂ ਜੀ ਸਮਾਪਤੀ ਹੋਈ, ਪੁੱਛਿਆ ਤੇ ਸਾਰੀ ਗੱਲ ਦੱਸੀ। ਗੁਰੂ ਸਾਹਿਬ ਕਹਿੰਦੇ ਧੀਏ ਫਿਕਰ ਨਾ ਕਰ, ਜੇ ਇਸ ਬਾਬਲ ਨੂੰ ਨਾਲ ਲੈ ਕੇ ਤੁਰੀ ਆ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਫਿਰ ਸੱਚ ਜਾਣੀ ਜਿਸ ਘਰ 'ਚ ਚੱਲੀ ਆ ਨਾ ਉੱਥੇ ਵੀ ਬਾਬਲ ਤੇਰੇ ਨਾਲ ਰਹੇਗਾ, ਉੱਥੇ ਵੀ ਤੇਰੇ ਉੱਤੇ ਨਾਮ ਦੀਆਂ ਬਖਸ਼ਿਸ਼ਾਂ ਵਰਤਣਗੀਆਂ। ਐਸੀ ਖੇਡ ਵਰਤੀ। ਭਾਈ ਸਾਧੂ ਘਰ ਜਾਂਦੇ ਆ, ਕਹਿੰਦੇ ਨੇ ਅੱਜ ਤੋਂ ਬਾਅਦ ਇਹ ਸਖੀ ਸਰੇਵਰੀਏ ਦੀ ਗੱਲ ਘਰ 'ਚ ਨਹੀਂ ਹੋਏਗੀ, ਅੱਜ ਤੋਂ ਇਹ ਥਾਂ ਵੀ ਨਹੀਂ ਰਹੇਗੀ, ਅੱਜ ਤੋਂ ਬਾਅਦ ਇਸ ਘਰ 'ਚ ਹੋਏਗਾ ਤੇ ਜਪਜੀ ਸਾਹਿਬ ਦਾ ਪਾਠ ਹੋਏਗਾ, ਅੱਜ ਤੋਂ ਬਾਅਦ ਇਸ ਘਰ 'ਚ ਹੋਏਗਾ ਤੇ ਰੱਬ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਹੋਏਗਾ। ਉਸੇ ਘਰ ਦੇ ਵਿੱਚ ਭਾਈ ਰੂਪਾ ਜੀ ਪੁੱਤਰ ਬਣ ਕੇ ਆਉਂਦੇ ਆ ਤੇ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪਾ ਜੀ ਨੂੰ ਦਿੱਤੀਆਂ, ਭਾਈ ਸਾਧੂ ਜੀ ਨੂੰ। ਇਹ ਸਾਰੀਆਂ ਬਖਸ਼ਿਸ਼ਾਂ ਕਿਉਂ ਮਿਲੀਆਂ? ਕਿਉਂਕਿ ਇੱਕ ਦਾ ਆਸਰਾ ਲਿਆ ਸੀ, ਇੱਕ ਦਾ ਧਿਆਨ ਧਰਿਆ, ਇੱਕ ਨੂੰ ਮਨ ਦੇ ਵਿੱਚ ਵਸਾਇਆ ਸੀ। ਕਹਿਣ ਤੋਂ ਭਾਵ ਕਿ ਅਸੀਂ ਕੋਸ਼ਿਸ਼ ਕਰੀਏ, ਅਸੀਂ ਦੂਜਿਆਂ ਨੂੰ ਨਾ ਕਹੀਏ ਵੀ ਹਾਂ ਫਲਾਣਾ ਇਦਾਂ ਕਰੇਗਾ ਫਲਾਣਾ ਨਹੀਂ, ਆਪਣੇ ਤੋਂ ਸ਼ੁਰੂਆਤ ਕਰੀਏ। ਆਪਣੇ ਧੀਆਂ ਪੁੱਤਰਾਂ ਨੂੰ ਅਸੀਂ ਕਹੀਏ ਵੀ ਤੁਸੀਂ ਸ਼ਿੰਗਾਰਨਾ ਹੈ ਨਾ, ਆਓ 2 ਘੰਟੇ ਗੁਰੂ ਸਾਹਿਬ ਦੇ ਘਰ ਚੱਲ ਕੇ ਬਹਿੰਦੇ ਆ, ਕੀਰਤਨ ਸੁਣਦੇ ਆ, ਪਾਠ ਸੁਣਦੇ ਆ। ਇਸ ਤੋਂ ਵੱਧ ਵਧੀਆ ਸ਼ਿੰਗਾਰ ਹੋਰ ਕੋਈ ਨਹੀਂ ਹੋ ਸਕਦਾ। ਉਹ ਸ਼ਿੰਗਾਰ ਰਾਤ ਸ਼ਾਮ ਹੁੰਦਿਆਂ ਮੂੰਹ ਧੋਵੋਗੇ ਉਤਰ ਜਾਏਗਾ, ਪਰ ਜਿਹੜਾ ਆਹ ਸ਼ਿੰਗਾਰ 2-3 ਘੰਟੇ ਬੈਠ ਕੇ ਨਾਮ ਦਾ ਕਰਨਾ ਨਾ, ਇਹ ਰੰਗ ਨਹੀਂ ਉਤਰਨਾ। ਇਹ ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਓ, ਇਹ ਸ਼ਿੰਗਾਰ ਫਿੱਕਾ ਨਹੀਂ ਪੈਣਾ, ਇਹਦੀ ਚਮਕ ਵੱਧਦੀ ਜਾਏਗੀ ਦਿਨੋਂ ਦਿਨ। ਵਾਹਿਗੁਰੂ ਮਿਹਰ ਕਰਨ, ਇਹ ਸਿਰਫ ਸਾਡੇ ਲਈ ਤੁਹਾਡੇ ਲਈ ਸਿਰਫ ਗੱਲਾਂ ਹੀ ਬਣ ਕੇ ਨਾ ਰਹਿ ਜਾਣ, ਇਹ ਰਹਿਮਤ ਗੁਰੂ ਜੀ ਵਰਤਾਉਣ। ਧਿਆਨ ਦਈਏ। ਸਾਹਿਬ ਜੀ ਕਹਿੰਦੇ ਰੂਪਵੰਤ ਸਾ ਸੁਘੜ, ਉਹ ਸੋਹਣੀ ਅੰਦਰੋਂ ਘੜੀ ਗਈ। ਹੁਣ ਘੜਨਾ ਕੀ ਸੀ ਇਹ ਵੀ ਆਪਾਂ ਬੜੀ ਵਾਰ ਵਿਚਾਰ ਚੁੱਕੇ ਹਾਂ। ਅਸੀਂ ਤੇ ਅੱਖਾਂ ਨੂੰ, ਨੱਕ ਨੂੰ, ਕੰਨ ਨੂੰ, ਹੱਥਾਂ ਨੂੰ ਘੜਦੇ ਰਹਿ ਗਏ, ਪਰ ਮਹਾਰਾਜ ਕਹਿੰਦੇ ਨਹੀਂ, ਤੂੰ ਕੁਚੱਜੀ ਰਹਿ ਗਈ। ਜੇ ਬਾਹਰੋਂ ਘੜ ਲਿਆ ਉਹ ਸੁਚੱਜੀ ਹੈ। ਜਿਹਨੇ ਘੜਿਆ ਕੀ ਹੈ? ਸੁਰਤ, ਮਤ, ਮਨ, ਬੁੱਧ, ਇਹਨੂੰ ਸ਼ਬਦ ਵਿੱਚ ਘੜ ਲਿਆ। ਹੁਣ ਉਹ ਕੀ ਹੋ ਗਿਆ? ਸੁਘੜ, ਚੰਗੀ ਘੜੀ ਗਈ, ਉਹ ਸੁਚੱਜੀ ਹੋ ਗਈ। ਉਹਦਾ ਜੀਵਨ ਕੈਸਾ ਹੋ ਗਿਆ? ਵਿਚੱਖਣ, ਉਹ ਚੰਗੇ ਆਚਰਣ ਵਾਲੀ ਹੋ ਗਈ। ਵਿਚੱਖਣ ਦਾ ਅਰਥ ਹੈ ਉਹਦੀ ਉਹ ਰਹਿਣੀ ਬਹਿਣੀ ਵਾਲੀ ਹੋ ਗਈ, ਉਹ ਕਰਨੀ ਵਾਲੀ ਹੋ ਗਈ। ਉਹਦਾ ਜੀਵਨ ਜਿਹੜਾ ਸੀ ਰਹਿਣੀ ਵਾਲਾ ਹੋ ਗਿਆ। ਜਿਹਨੂੰ ਮਹਾਰਾਜ ਕਹਿੰਦੇ ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਗਾਵੈ। ਹੁਣ ਇੱਥੇ ਵਿਚੱਖਣ ਦਾ ਅਰਥ ਹੈ ਉਹ ਰਹਿਤਵਾਨ ਹੋ ਗਈ, ਉਹਦਾ ਜੀਵਨ ਰਹਿਣੀ ਵਾਲਾ ਹੋ ਗਿਆ। ਇਸ ਲਈ ਸਾਹਿਬ ਕਹਿੰਦੇ ਰੂਪਵੰਤ ਹੈ, ਸੋਹਣੀ ਘੜਤ ਘੜੀ ਗਈ ਹੈ। ਉਹਦਾ ਆਚਰਣ ਚੰਗਾ ਹੋ ਗਿਆ, ਰਹਿਣੀ ਵਾਲਾ ਹੋ ਗਿਆ। ਜੋ ਧਨ ਕੰਤ ਪਿਆਰੀ ਜੀਓ, ਜਿਸ ਨੂੰ ਕੰਤ ਨੇ ਆਪਣੇ ਰੰਗ ਵਿੱਚ ਰੰਗ ਕੇ ਉਹਨੂੰ ਸੋਹਣਾ ਬਣਾਇਆ, ਤੇ ਜਿਹੜੀ ਮੇਰੇ ਪਿਆਰੇ ਵਾਹਿਗੁਰੂ ਜੀ ਨੂੰ ਪਿਆਰੀ ਲੱਗਦੀ ਹੈ, ਉਹ ਫਿਰ ਗੁਣਵੰਤੀ, ਵਡਭਾਗਣ, ਪੁੱਤਰਵੰਤੀ, ਸ਼ੀਲਵੰਤ, ਸੁਹਾਗਣ, ਰੂਪਵੰਤ, ਸੁਘੜ, ਵਿਚੱਖਣ, ਇਹ ਸਾਰੇ ਗੁਣ ਉਹਦੇ ਵਿੱਚ ਹੁੰਦੇ ਹਨ। ਅਚਾਰਵੰਤ ਸਾਈ ਪ੍ਰਦਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸਵਰਾਈ, ਜੋ ਪਿਰ ਕੈ ਰੰਗ ਸਵਾਰੀ ਜਿਉ। ਉਹ ਆਚਰਣ ਵਾਲੀ ਹੋ ਗਈ,
ਉਹਦਾ ਆਚਰਣ ਉੱਚਾ ਤੇ ਸੁੱਚਾ ਹੋ ਗਿਆ, ਉਹਦਾ ਸੁਭਾਅ ਚੰਗਾ ਹੋ ਗਿਆ, ਉਹ ਸਿਆਣੀ ਹੋ ਗਈ। ਸਾਈ ਪ੍ਰਧਾਨੇ, ਸਾਈ ਮੈਨੇ ਪੂਰਨ ਤੌਰ ਤੇ, ਪ੍ਰਧਾਨੇ ਦਾ ਅਰਥ ਹੈ ਸ੍ਰੇਸ਼ਟ ਮੱਤ ਵਾਲੀ, ਉੱਤਮ ਮੱਤ ਵਾਲੀ ਹੋ ਗਈ, ਜਾਂ ਮੰਨੀ ਪਰਮੰਨੀ। ਉਹ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਮੰਨਣ ਯੋਗ ਹੋ ਗਈ। ਪ੍ਰਧਾਨੇ ਦਾ ਅਰਥ ਆਪਾਂ ਜਪਜੀ ਸਾਹਿਬ ਵਿੱਚ ਸਮਝ ਕੇ ਆਏ ਆ, ਸਮਝਿਆ ਹੈ ਕਿ ਅਸਲ ਵਿੱਚ ਕਿਹਨੂੰ ਆਖਿਆ? ਜਿਹਨੇ ਸੁਣਿਆ, ਜਿਹਨੇ ਮੰਨਿਆ, ਉਹਨੂੰ ਆਖਿਆ ਸੀ ਪੰਚ ਪਰਵਾਨ, ਪੰਚ ਪ੍ਰਧਾਨ, ਪੰਛੇ ਪਾਵੈ ਦਰਗਹ ਮਾਣ। ਉਹਦੇ ਘਰ ਵਿੱਚ ਜਿਹਨੂੰ ਮਾਣ ਮਿਲਿਆ, ਜਿਹਨੂੰ ਇੱਜ਼ਤ ਮਿਲ ਗਈ, ਜਿਹਨੂੰ ਸਤਿਕਾਰ ਮਿਲ ਗਿਆ, ਜਿਹਨੂੰ ਪਿਆਰ ਮਿਲ ਗਿਆ। ਇਸ ਲਈ ਸਾਹਿਬ ਕਹਿੰਦੇ ਆ ਉਹ ਆਚਾਰਵੰਤ ਹੈ, ਉਹ ਅਸਲ ਵਿੱਚ ਉੱਤਮ ਜੀਵਨ ਵਾਲੀ ਹੈ। ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਕਹਿੰਦੇ ਗਿਆਨੇ, ਉਹ ਗਿਆਨ ਵਾਲੀ, ਉਹ ਗਿਆਨਣ ਕਹਿ ਲਓ ਕਿ ਉਹ ਜਿਹੜੀ ਜੀਵ ਇਸਤਰੀ ਗਿਆਨ ਵਾਲੀ ਸੀ ਨਾ, ਹੁਣ ਪੂਰਨ ਤੌਰ ਤੇ ਸ਼ਿੰਗਾਰ ਜਿਹੜਾ ਸੀ ਉਹਦਾ ਹੋ ਗਿਆ, ਮੁਕੰਮਲ ਹੋ ਗਿਆ ਸ਼ਿੰਗਾਰ। ਹਰ ਪੱਖ ਤੋਂ ਅੰਦਰੋਂ ਸ਼ਿੰਗਾਰੀ ਗਈ ਹੈ, ਹਰ ਪੱਖ ਤੋਂ ਅੰਦਰੋਂ ਨਾਮ ਦਾ ਰੰਗ ਜਿਹੜਾ ਸੀ ਉਹ ਚੜ ਗਿਆ। ਹੁਣ ਸ਼ਿੰਗਾਰਨ ਵਾਲਾ ਕੌਣ ਸੀ? ਧੰਨ ਗੁਰੂ ਗ੍ਰੰਥ ਸਾਹਿਬ। ਕਿਉਂਕਿ ਜਿੰਨੇ ਵੀ ਸ਼ਿੰਗਾਰ ਦੇ ਰੰਗ ਨੇ ਉਹ ਕਿੱਥੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਰੰਗਾਂ ਦੇ ਵਿੱਚ ਹੀ ਸ਼ਿੰਗਾਰਿਆ ਜਾਣਾ ਨਾ, ਉਹਦੇ ਵਿੱਚ ਹੀਰੇ ਵੀ ਚਾਹੀਦੇ ਆ, ਮੋਤੀ ਵੀ ਚਾਹੀਦੇ ਆ, ਸੋਨਾ ਵੀ ਚਾਹੀਦਾ, ਰਤਨ ਵੀ ਚਾਹੀਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਨਹੀਂ ਹੈ? ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਹੀਰੇ ਵੀ ਨੇ ਜਿਹਦੇ ਅੰਦਰ ਸਾਨੂੰ ਸ਼ਿੰਗਾਰਨ ਵਾਸਤੇ ਦਿੱਤੇ ਆ। ਹੁਣ ਇਹ ਮੁਕੰਮਲ ਤੌਰ ਤੇ ਅੰਦਰੋਂ ਸ਼ਿੰਗਾਰੀ ਗਈ ਜੀਵ ਇਸਤਰੀ, ਜਿਹੜੀ ਆਚਾਰਵੰਤ ਵੀ ਹੋ ਗਈ, ਜਿਹੜੀ ਵਿਚਖਣ ਸੁਗੜ ਰੂਪਵੰਤ ਵੀ ਹੋ ਗਈ। ਸਭ ਕਹਿੰਦੇ ਨੇ ਸਾ ਕੁਲਵੰਤੀ, ਉਹ ਹੁਣ ਕੁੱਲ ਵਾਲੀ ਵੀ ਹੋ ਗਈ। ਆ ਹੈ ਅਸਲ ਵਿੱਚ ਕੁੱਲ। ਅਸੀਂ ਤੇ ਬਾਹਰ ਦੀ ਕੁੱਲ ਲੈ ਕੇ ਆਪਸ 'ਚ ਲੜੀ ਜਾਂਦੇ ਆ, ਇਹ ਉੱਚੀ ਕੁੱਲ ਦਾ, ਇਹ ਨੀਵੀਂ ਕੁੱਲ ਦਾ, ਇਹ ਫਲਾਣੀ ਕੁੱਲ ਦਾ, ਇਹ ਫਲਾਣੀ ਕੁੱਲ ਦਾ ਹੈ। ਪਰ ਜਿਹੜਾ ਪਰਮੇਸ਼ਵਰ ਨਾਲ ਜੁੜ ਗਿਆ ਉਹ ਸਭ ਤੋਂ ਉੱਚੀ ਕੁੱਲ ਦਾ ਹੋ ਗਿਆ, ਉਸ ਤੋਂ ਉੱਚੀ ਕੁੱਲ ਕੋਈ ਵੀ ਨਹੀਂ ਹੈ। ਇਸ ਲਈ ਕੁਲਵੰਤੀ ਸਾ ਸਭ ਰਾਈ, ਸਾ ਭਰਾਈ। ਸਾ ਭਰਾਈ ਦਾ ਅਰਥ ਹੈ ਸੋਹਣੇ ਭਰਾਵਾਂ ਵਾਲੀ ਵੀ ਹੋ ਗਈ। ਆ ਸਾਰੇ ਜਿਹੜੇ ਆ ਅਸੀਂ ਭਾਈ ਆ ਨਾ, ਸਾਰੇ ਭਰਾ ਹੀ ਆ ਅਸੀਂ। ਏਕ ਪਿਤਾ ਏਕ ਸਕੇ ਹਮ ਬਾਰਕ, ਅਸੀਂ ਸਾਰੇ ਹੀ ਗੁਰ ਭਾਈ ਹਾਂ। ਹੁਣ ਕਿਸੇ ਨਾਲ ਕਿਸੇ ਪ੍ਰਕਾਰ ਦੀ ਨਫ਼ਰਤ ਨਹੀਂ ਰਹਿ ਗਈ, ਕਿਸੇ ਪ੍ਰਕਾਰ ਦੀ ਈਰਖਾ ਨਹੀਂ ਰਹਿ ਗਈ। ਜਦੋਂ ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਉਦੋਂ ਅਵਸਥਾ ਪਤਾ ਕੀ ਹੋਈ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਅੱਜ ਅਸੀਂ ਕਿਸ ਮੋੜ ਤੇ ਆ ਕੇ ਖਲੋ ਗਏ ਆ? ਇੱਕੋ ਹੀ ਸਾਡਾ ਮਾਈ ਬਾਪ ਹੈ, ਇੱਕੋ ਹੀ ਸਾਡਾ ਖਸਮ ਹੈ, ਇੱਕੋ ਹੀ ਸਾਡਾ ਪਿਤਾ ਹੈ। ਅਸੀਂ ਸਾਰੇ ਇੱਕ ਦੇ ਨਾਲ ਹੀ ਜੁੜਨਾ ਸੀ, ਪਰ ਉਸ ਇੱਕ ਨੂੰ ਲੈ ਕੇ ਇੱਕ ਦੂਜੇ ਦਾ ਕਤਲ ਕਰਨ ਨੂੰ ਫਿਰਦੇ ਹਾਂ। ਅਸੀਂ ਨਫ਼ਰਤ ਫੈਲਾ ਰਹੇ ਹਾਂ। ਇਹ ਜਿਹੜੇ ਨਫ਼ਰਤ ਫੈਲਾ ਰਹੇ ਅਨਸਰ ਨੇ ਨਾ, ਇਹਨਾਂ ਤੋਂ ਜਿੰਨਾ ਬਚ ਜਾਾਂਗੇ ਉਨਾ ਅਮਨ ਸ਼ਾਂਤੀ ਬਣੀ ਰਹੇਗੀ। ਤੇ ਜਿੰਨਾ ਨਫ਼ਰਤ ਫੈਲਾਉਣ ਵਾਲਿਆਂ ਦੀਆਂ ਗੱਲਾਂ ਵਿੱਚ ਆ ਜਾਾਂਗੇ, ਉਹਨੇ ਆਪਣੇ ਘਰ ਦੀ ਅਮਨ ਸ਼ਾਂਤੀ ਗਵਾ ਬੈਠਾਂਗੇ ਆਪਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਿੱਥੇ ਪੁੱਤਰਵੰਤੀ ਹੋਈ ਸੀ ਹੁਣੇ ਭਰਾਵਾਂ ਵਾਲੀ ਵੀ ਹੋ ਗਈ। ਜੋ ਪਿਰ ਕੈ ਰੰਗ ਸਵਾਰੀ ਜੀਓ, ਜੋ ਜਿਹੜੀ ਪਿਰ ਦੇ ਪਿਆਰ ਦੇ ਰੰਗ ਵਿੱਚ ਰੰਗ ਦੇ ਗੱਗੇ ਨੂੰ ਸਿਹਾਰੀ ਹੈ। ਕਹਿੰਦੇ ਜਿਹੜੇ ਹੁਣ ਇੱਥੇ ਧਿਆਨ ਦਿਓ ਥੋੜਾ ਜਿਹਾ, ਪਹਿਲੇ ਆਪਾਂ ਪੜ੍ਹ ਕੇ ਆਏ ਆ ਜਿਤ ਘਰ ਪਿਰ ਸੁਹਾਗ ਬਣਾਇਆ। ਜਿਹੜੇ ਗੁਰਬਾਣੀ ਦੀ ਸਮਝ ਰੱਖਦੇ ਆ ਉਹਨਾਂ ਨੂੰ ਪਤਾ ਹੈ, ਜਿਸ ਘਰ ਵਿੱਚ ਪਿਰ ਨੇ, ਰਾਰੇ ਨੂੰ ਸਿਹਾਰੀ ਨਾ, ਇੱਥੇ ਆਊਗਾ ਪਿਰ ਨੇ। ਹੁਣ ਇਸ ਪੰਕਤੀ ਵਿੱਚ ਹੈ ਜੋ ਪਿਰ ਕੈ ਰੰਗ, ਇੱਥੇ ਵੀ ਰਾਰੇ ਨੂੰ ਸਿਹਾਰੀ ਹੈ, ਪਰ ਇੱਥੇ ਪਿਰ ਨੇ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਇਹਦੇ ਨਾਲ ਲੱਗ ਗਿਆ ਕੈ। ਹੁਣ ਕੈ ਦਾ ਅਰਥ ਆ ਜਾਏਗਾ ਦਾ। ਜਿਸ ਘਰ ਦੇ ਵਿੱਚ ਪਿਰ ਦੇ ਪਿਆਰ ਦਾ ਰੰਗ ਚੜ ਗਿਆ। ਹੁਣ ਕੈ ਲੱਗਣ ਨਾਲ
ਪਿਰ ਦਾ ਅਰਥ ਪਿਰ ਨੇ ਨਹੀਂ ਹੋਏਗਾ। ਬਸ ਆਈ ਤੇ ਗੁਰਬਾਣੀ ਨੂੰ ਆਪਾਂ ਸਮਝਣਾ, ਅਰਥ ਆਪੇ ਹੀ ਕਲੀਅਰ ਹੋ ਜਾਣੇ ਆ। ਜਿੱਥੇ ਕਹਿ ਆ ਗਿਆ ਨਾ, ਉੱਥੇ ਹੁਣ ਸਿਹਾਰੀ ਦੀ ਆਵਾਜ਼ ਨੇ ਦੀ ਨਹੀਂ ਆਏਗੀ। ਹੁਣ ਕਹਿੰਦੇ ਨੇ ਜਿੱਥੇ ਪਿਆਰ ਦੇ ਰੰਗ ਵਿੱਚ, ਪਿਰ ਦੇ ਪਿਆਰ ਦੇ ਰੰਗ ਵਿੱਚ ਸਵਾਰੀ ਜੀਓ, ਅੰਦਰੋਂ ਜਿਹਨੇ ਸਵਾਰ ਲਿਆ, ਆਪਣੇ ਆਪ ਨੂੰ ਸੋਹਣਾ ਬਣਾ ਲਿਆ, ਸ਼ਿੰਗਾਰ ਲਿਆ, ਸਾਹਿਬ ਜੀ ਕਹਿੰਦੇ ਨੇ ਉਹ ਕੁਲਵੰਤੀ ਹੋ ਗਈ, ਉਹ ਕੁੱਲ ਵਾਲੀ ਹੋ ਗਈ, ਉੱਚੀ ਕੁੱਲ ਵਾਲੀ ਹੋ ਗਈ, ਉਹ ਸਾਹ ਭਰਾਈ, ਉਹ ਸੋਹਣੇ ਭਰਾਵਾਂ ਵਾਲੀ ਹੋ ਗਈ ਹੈ। ਕਹਿੰਦੇ ਨੇ ਉਹਦਾ ਜੀਵਨ ਅਤੀ ਸੁੰਦਰ ਹੋ ਗਿਆ ਹੈ, ਜੋ ਜਿਹੜੀ ਪਿਰ ਦੇ ਪਿਆਰੇ ਦੇ ਰੰਗ ਪਿਆਰ ਦੇ ਵਿੱਚ ਰੰਗ ਕੇ ਪੂਰਨ ਤੌਰ ਤੇ ਸ਼ਿੰਗਾਰੀ ਗਈ ਹੈ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗੰਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜਿਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਮਹਿਮਾ ਤਿਸ ਕੀ ਕਹਿਣ ਨਾ ਜਾਏ। ਤਿਸ ਦਾ ਅਰਥ ਜਿਹੜੀ ਹੁਣ ਗੁਣਵੰਤੀ ਹੈ, ਵਡਭਾਗਣ ਹੈ, ਜਿਹੜੀ ਪਿਰ ਦੇ ਰੰਗ ਵਿੱਚ ਰੰਗੀ ਗਈ ਹੈ। ਜੀਵ ਇਸਤਰੀ ਦੀ ਗੱਲ ਹੋ ਰਹੀ ਹੈ, ਬਾਹਰੋਂ ਤੇ ਆਪਾਂ ਮੇਲ ਫੀਮੇਲ ਦੇ ਰੂਪ ਚ ਆ ਨਾ, ਪਰ ਸਾਰੇ ਹੀ ਅੰਦਰੋਂ ਆਪਾਂ ਜੀਵ ਇਸਤਰੀ ਦੇ ਰੂਪ ਵਿੱਚ ਆ। ਜੀਵ ਆਤਮਾ ਜਿਹਨੂੰ ਅਸੀਂ ਕਹਿੰਦੇ ਆ, ਉਹ ਅੰਦਰ ਦੀ ਜਿੰਦ ਕਹਿਣ ਲੱਗੇ ਜਿਹੜੀ ਸੁਹਾਗ ਦੇ ਸੋਹਣੇ ਸੁਹਾਗ ਵਾਲੇ ਗੁਣ ਅੰਦਰ ਆ ਗਏ, ਜਿਹਨੇ ਅੰਦਰੋਂ ਸ਼ਿੰਗਾਰ ਲਿਆ, ਜਿਹੜੀ ਪੁੱਤਰਵੰਤੀ ਸ਼ੀਲਵੰਤ ਹੋ ਗਈ, ਜਿਹੜੀ ਚਾਰਵੰਤ ਹੋ ਗਈ, ਜਿਹੜੀ ਉਸ ਘਰ ਦੇ ਵਿੱਚ ਮੰਨਣ ਯੋਗ ਸਤਿਕਾਰ ਯੋਗ ਹੋ ਗਈ ਹੈ। ਸਾਹਿਬ ਕਹਿੰਦੇ ਮਹਿਮਾ ਤਿਸ ਕੀ ਕਹਿਣ ਨ ਜਾਏ। ਜੇ ਕੋਈ ਉਹਦੀ ਮਹਿਮਾ ਕਰੇ, ਉਹਦੀ ਉਸਤਤ ਕਰੇ, ਉਹਦੀ ਵਡਿਆਈ ਕਰੇ ਤੇ ਨਹੀਂ ਬਿਆਨ ਕਰ ਸਕਦਾ। ਜੇ ਅਸੀਂ ਹੁਣ 15 ਸੁਹਾਗਣਾਂ ਬੈਠੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, 15 ਸੁਹਾਗਣਾਂ ਬੈਠੀਆਂ ਨੇ, ਉਹਨਾਂ ਸੁਹਾਗਣਾਂ ਦਾ ਨਾਮ ਕੀ ਹੈ? ਭਗਤ ਕਬੀਰ ਸਾਹਿਬ। ਉਹਨਾਂ ਦਾ ਨਾਮ ਕੀ ਹੈ? ਬਾਬਾ ਰਵਿਦਾਸ ਜੀ, ਬਾਬਾ ਫਰੀਦ ਸਾਹਿਬ ਜੀ, ਭਗਤ ਧੰਨਾ ਜੀ ਵਰਗੇ ਬੈਠੇ ਆ, ਭਗਤ ਸੈਨ ਜੀ ਵਰਗੇ ਬੈਠੇ ਹੋਏ ਆ, ਭਗਤ ਨਾਮਦੇਵ ਜੀ ਵਰਗੇ ਬੈਠੇ ਹੋਏ ਆ। ਇਹ ਸਾਰੇ ਦੇ ਸਾਰੇ ਉਹ ਨੇ ਜਿਨ੍ਹਾਂ ਦੀ ਆਪਾਂ ਮਹਿਮਾ ਕਰਨ ਲੱਗ ਜਾਈਏ ਤੇ ਸਾਡੇ ਕੋਲੋਂ ਬਿਆਨ ਨਹੀਂ ਹੋ ਸਕਦੀ। 3 ਸੁਹਾਗਣਾਂ ਬੈਠੀਆਂ ਹੋਈਆਂ ਨੇ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਬਾਬਾ ਸੁੰਦਰ ਜੀ ਬੈਠੇ ਹੋਏ ਆ। ਜਿਨ੍ਹਾਂ ਦੇ ਨਾਮ ਆਏ, ਇਹ ਤਿੰਨਾਂ ਦੀ ਤਾਂ ਬਾਣੀ ਆ ਨਾ, ਜਿਨ੍ਹਾਂ ਦੇ ਨਾਮ ਆਏ ਆ, ਭਾਈ ਮਰਦਾਨਾ ਜੀ ਸੁਹਾਗਣ ਬਣ ਕੇ ਬੈਠੇ ਆ, ਉਹਨਾਂ ਦਾ ਨਾਮ ਆਇਆ। ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ। ਔਰ ਇੱਥੇ ਬੀਬੀ ਖੀਵੀ ਜੀ ਬੈਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜੇ ਅਸਲ ਵਿੱਚ ਸੁਹਾਗਵਤੀ ਨੇ, ਜਿਨ੍ਹਾਂ ਨੇ ਅਸਲ ਵਿੱਚ ਜਿਹੜੇ ਵਾਕਈ ਸੁਹਾਗਣ ਨੇ। ਅਸੀਂ ਇਹਨਾਂ ਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ ਹਾਂ, ਜਿੰਨੀ ਕਰਾਂਗੇ ਉਨੀ ਥੋੜੀ ਹੋਏਗੀ, ਕਿਉਂਕਿ ਇਹਨਾਂ ਨੇ ਪਿਰ ਦੀ ਗੱਲ ਨੂੰ ਮੰਨ ਲਿਆ, ਇਹਨਾਂ ਨੇ ਆਪਣੇ ਖਸਮ ਦੀ ਗੱਲ ਨੂੰ ਮੰਨ ਲਿਆ ਹੈ। ਤੇ ਜਪਜੀ ਸਾਹਿਬ ਵਿੱਚ ਹੀ ਸਾਰੇ ਸਵਾਲਾਂ ਦੇ ਜਵਾਬ ਨੇ। ਮਹਾਰਾਜ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਜ਼ ਕਲਮ ਨ ਲਿਖਣ ਹਾਰ। ਤੁਸੀਂ ਮੁਖ ਤੋਂ ਵੀ ਨਹੀਂ ਬਿਆਨ ਕਰ ਸਕਦੇ, ਤੁਸੀਂ ਕਾਗਜ਼ ਲੈ ਕੇ ਕਲਮ ਲੈ ਕੇ ਲਿਖ ਕੇ ਵੀ ਬਿਆਨ ਨਹੀਂ ਕਰ ਸਕਦੇ ਹੋ। ਬਾਅਦ ਵਿੱਚ ਪਛਤਾਵਾਂਗੇ ਕਿ ਮੈਂ ਕਿਹਾ ਮਹਿਮਾ ਹੋ ਗਈ ਉਹਦੀ। ਨਹੀਂ, ਜਿੰਨੀ ਕੀਤੀ ਸੀ ਉਨੀ ਥੋੜੀ ਹੈ, ਉਸ ਤੋਂ ਅਗਾਂਹ ਪਤਾ ਨਹੀਂ ਹੋਰ ਕਿੰਨੀ ਉਹਦੀ ਉਸਤਤ ਹੈ। ਕਿਉਂ ਇਹਦੀ ਮਹਿਮਾ ਬਿਆਨ ਨਹੀਂ ਹੋ ਸਕਦੀ? ਕਿਉਂਕਿ ਹੁਣ ਇਹ ਖਸਮ ਵਾਲੀ ਹੋ ਗਈ ਹੈ। ਤੇ ਜਿਸ ਖਸਮ ਵਾਲੀ ਇਹ ਹੋ ਗਈ ਹੈ ਨਾ ਜੀਵ ਇਸਤਰੀ, ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਨਦੀਆਂ ਨੂੰ, ਨਾਲਿਆਂ ਨੂੰ ਨਾਪ ਸਕਦੇ ਹਾਂ, ਮਾਪ ਸਕਦੇ ਹਾਂ। ਨਦੀਆਂ ਮਾਪੀਆਂ ਵੀ ਜਾ ਸਕਦੀਆਂ ਜਿਹੜੀਆਂ ਨੇ, ਉਹ ਮਿਣਤੀ ਵੀ ਕੀਤੀ ਜਾ ਸਕਦੀ ਹੈ, ਪਰ ਸਮੁੰਦਰ ਨੂੰ ਮਾਪਿਆ ਵੀ ਨਹੀਂ ਜਾ ਸਕਦਾ, ਸਮੁੰਦਰ ਨੂੰ ਮਿਣਿਆ ਗਿਣਿਆ ਵੀ ਨਹੀਂ ਜਾ ਸਕਦਾ। ਜਦੋਂ ਨਦੀਆਂ ਅਤੇ ਵਾਹ
ਪਵੈ ਸਮੁੰਦ ਨਾ ਜਾਣੀਐ। ਜਦੋਂ ਨਦੀਆਂ ਸਮੁੰਦ ਵਿੱਚ ਆ ਜਾਂਦੀਆਂ ਨੇ ਫਿਰ ਉਹਨਾਂ ਨੂੰ ਵੀ ਮਿਣਿਆ ਮਾਪਿਆ ਗਿਣਿਆ ਨਹੀਂ ਜਾ ਸਕਦਾ, ਕਿਉਂਕਿ ਉਹ ਸਮੁੰਦਰ ਦਾ ਰੂਪ ਹੋ ਗਈਆਂ। ਇਸੇ ਤਰ੍ਹਾਂ ਆ ਜੀਵ ਇਸਤਰੀਆਂ ਜਿਹੜੀਆਂ ਭਟਕ ਰਹੀਆਂ ਨੇ, ਇਹ ਭਟਕਣ ਵਾਲੀਆਂ ਜੀਵ ਇਸਤਰੀਆਂ ਜਦੋਂ ਪਰਮੇਸ਼ਵਰ ਵਿੱਚ ਸਮਾ ਜਾਂਦੀਆਂ ਨੇ ਤੇ ਜੇ ਉਹਦੀ ਮਹਿਮਾ ਨਹੀਂ ਬਿਆਨ ਹੋ ਸਕਦੀ ਤੇ ਜਿਹੜੀਆਂ ਸਮਾ ਗਈਆਂ ਮਹਿਮਾ ਉਹਦੀ ਵੀ ਬਿਆਨ ਨਹੀਂ ਹੋ ਸਕਦੀ, ਕਿਉਂਕਿ ਉਹ ਪਰਮੇਸ਼ਵਰ ਦਾ ਰੂਪ ਹੋ ਗਈਆਂ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਕਹਿੰਦੇ ਹੁਣ ਰਾਮ ਤੇ ਕਬੀਰ ਇੱਕ ਮਿੱਕ ਹੋ ਗਏ। ਕਿਵੇਂ ਹੋ ਗਏ? ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਸਮਾ ਕੇ ਇੱਕ ਹੋ ਗਿਆ, ਇਦਾਂ ਕਬੀਰ ਸਾਹਿਬ ਕਹਿੰਦੇ ਮੈਂ ਰਾਮ ਵਿੱਚ, ਰਾਮ ਕਬੀਰ ਵਿੱਚ ਇੱਕ ਮਿੱਕ ਹੋ ਗਿਆ। ਹੁਣ ਪਛਾਣਿਆ ਹੀ ਨਹੀਂ ਜਾ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਮਹਿਮਾ ਤਿਸ ਕੀ ਕਹਿਣ ਨਾ ਜਾਏ। ਉਹਦੀ ਮਹਿਮਾ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਜੋ ਪਿਰ ਮੇਲ ਲਈ ਅੰਗ ਲਾਏ, ਜਿਸ ਨੂੰ ਪਿਰ ਨੇ ਆਪਣੇ ਨਾਲ ਮਿਲਾ ਲਿਆ, ਆਪਣੇ ਅੰਗ ਨਾਲ ਲਾ ਲਿਆ। ਜਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਸਨ ਉਦੋਂ ਉਨੀ ਮਹਿਮਾ ਨਹੀਂ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਅੰਗ ਨਾਲ ਲਾ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਤੇ ਫਿਰ ਗੁਰੂ ਸਾਹਿਬ ਜੀ ਤੁਹਾਡੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ? ਨਹੀਂ ਬਿਆਨ ਹੋ ਸਕਦੀ। ਉੱਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਕੌਣ ਜਾਣਦਾ ਹੁਣ ਤੇਰੇ ਗੁਣਾਂ ਦਾ ਅੰਤ? ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜਿਸ ਦਿਨ ਅਮਰਦਾਸ ਜੀ, ਅਜੇ ਗੁਰੂ ਸ਼ਬਦ ਨਹੀਂ ਵਰਤਿਆ, ਜਿਸ ਦਿਨ ਅਮਰਦਾਸ ਜੀ ਬਾਹਰ ਦੀਆਂ ਯਾਤਰਾਵਾਂ ਕਰਦੇ ਆ ਉਦੋਂ ਤੇ ਨਾਲ ਦਾ ਸਾਥੀ ਵੀ ਪਤਾ ਨਹੀਂ ਕਿੰਨਾ ਕੁਝ ਕਹਿ ਗਿਆ, ਪਰ ਜਿਸ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਅੰਗ ਨਾਲ ਲਾ ਕੇ ਤੇ ਗੁਰੂ ਸਾਹਿਬ ਦੀ ਪਦਵੀ ਦੇ ਕੇ ਗੁਰੂ ਅਮਰਦਾਸ ਜੀ ਬਣਾ ਦਿੱਤਾ, ਉਸ ਦਿਨ ਤੋਂ ਬਾਅਦ ਫਿਰ ਜੇ ਕਿਸੇ ਨੇ ਗੁਣ ਗਾਏ ਤੇ ਇੱਕੋ ਹੀ ਬਚਨ ਕਹਿ ਕੇ ਗਾਏ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। हे ਮਾਲਕ ਜੀ, ਤੁਹਾਡੀ ਉਪਮਾ ਤੁਹਾਡੇ ਤੋਂ ਹੀ ਹੋ ਸਕਦੀ ਹੈ, ਸਾਡੀ ਇੱਕ ਜੀਭਾ ਤੋਂ ਤੁਹਾਡੀ ਉਸਤਤ, ਤੁਹਾਡੀ ਮਹਿਮਾ ਨਹੀਂ ਬਿਆਨ ਹੋ ਸਕਦੀ। ਕਿਉਂ? ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਬਣ ਜਾਈਏ, ਨਿਰੰਕਾਰ ਦਾ ਰੂਪ ਆਪੇ ਹੀ ਹੋ ਜਾਵਾਂਗੇ। ਇਹ ਸ਼ਿੰਗਾਰਨ ਲਈ ਦਿੱਤੀ ਹੈ ਸਾਨੂੰ ਬਾਣੀ। ਸਤਿਗੁਰੂ ਮਹਾਰਾਜ ਕਹਿੰਦੇ ਜੋ ਪਿਰ ਮੇਲ ਲਈ, ਜਦੋਂ ਪਿਰ ਨੇ ਆਪਣੇ ਨਾਲ ਮਿਲਾ ਲਿਆ, ਅੰਗ ਲਾਈ ਆਪਣੇ ਅੰਗ ਨਾਲ ਲਾ ਲਿਆ, ਫਿਰ ਉਸ ਦੀ ਮਹਿਮਾ ਨੂੰ ਬਿਆਨ ਨਹੀਂ ਹੋ ਸਕਦਾ। ਹੁਣ ਇਹ ਪਿਰ ਕਿਹੜਾ ਹੈ? ਥਿਰ ਸੁਹਾਗ ਵਰ ਅਗਮ ਅਗੋਚਰ, ਇਹ ਆਹ ਵਾਲਾ ਪਿਰ ਹੈ। ਅਸੀਂ ਬਾਹਰ ਕਿਤੇ ਅਧੂਰਿਆਂ ਦੇ ਜੰਜਾਲ ਵਿੱਚ ਨਾ ਫਸ ਜਾਈਏ, ਕਿਉਂਕਿ ਉਹ ਸਦਾ ਥਿਰ ਰਹਿਣ ਵਾਲਾ ਨਹੀਂ ਹੈ, ਅਧੂਰਾ ਹੈ। ਬਹੁਤਾਤ ਵਿੱਚ ਰੱਬ ਦੇ ਨਾਮ ਤੇ ਜਿਹੜੇ ਗੱਦੀਆਂ ਲਾ ਕੇ ਬੈਠੇ ਆ ਨਾ, ਰੱਬ ਦੇ ਨਾਮ ਤੇ, ਇਹ ਵੀ ਆਪਣੇ ਆਪ ਨੂੰ ਦੱਸਦੇ ਆ ਕਿ ਅਸੀਂ ਤੁਹਾਡੇ ਪਿਰ ਹਾਂ, ਅਸੀਂ ਤੁਹਾਡੇ ਜਿਹੜੇ ਆ ਸੁਹਾਗ ਹਾਂ, ਅਸੀਂ ਤੁਹਾਡੇ ਖਸਮ ਹਾਂ, ਤੇ ਅਸੀਂ ਭੁਲੇਖੇ ਵਿੱਚ ਜਾ ਕੇ ਜੁੜ ਜਾਂਦੇ ਆ। ਪਰ ਉਹ ਥਿਰ ਰਹਿਣ ਵਾਲਾ ਨਹੀਂ ਹੈ। ਉੱਥੇ ਪਤਾ ਨਹੀਂ ਕਿੰਨੇ ਆਏ, ਕਿੰਨੇ ਤੁਰ ਗਏ, ਕਿੰਨਿਆਂ ਨੇ ਆਉਣਾ, ਕਿੰਨਿਆਂ ਨੇ ਤੁਰ ਜਾਣਾ। ਅਸੀਂ ਉਸ ਸੁਹਾਗ ਨਾਲ ਜੁੜਨਾ ਜਿਹੜਾ ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਅਸੀਂ ਉਸ ਸੁਹਾਗ ਨਾਲ ਜੁੜਨਾ ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਹੜਾ ਸਦੀਵੀ ਰਹਿਣ ਵਾਲਾ ਹੈ। ਕਹਿੰਦੇ ਨੇ ਥਿਰ ਸੁਹਾਗ, ਉਹ ਸੁਹਾਗ ਸਦਾ ਥਿਰ ਰਹਿਣ ਵਾਲਾ ਹੈ। ਅਬਨਾਸ਼ੀ ਹੈ, ਕਦੇ ਨਾਸ਼ ਨਹੀਂ ਹੁੰਦਾ। ਉਹ ਅਬਨਾਸ਼ੀ ਜੀਵਨ ਕੋ ਦਾਤਾ, ਉਸ ਦਾਤਾ ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ ਹੈ। ਸੁਹਾਗ ਵਰ, ਉਹ ਸੋਹਣਾ ਵਰ ਹੈ। ਅਗੰਮ, ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ, ਅਸੀਂ ਆਪਣੀ ਸੁਰਤ ਨਾਲ, ਮਤ ਨਾਲ, ਅਕਲ ਨਾਲ, ਆਪਣੀ ਸਿਆਣਪ ਨਾਲ, ਅਸੀਂ ਆਪਣੇ ਆਪਣੇ ਤਰੀਕਿਆਂ ਨਾਲ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ
ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬਾਹਰ ਦੀਆਂ ਸਿਆਣਪਾਂ ਉੱਥੇ ਤੱਕ ਨਹੀਂ ਪਹੁੰਚਾ ਸਕਣਗੀਆਂ, ਕਿਉਂਕਿ ਉਹ ਅਗੰਮ ਅਗਾਂਹ ਤੋਂ ਵੀ ਅਗਾਂਹ ਹੈ, ਉਹ ਸਾਡੀ ਪਹੁੰਚ ਤੋਂ ਰਹਿਤ ਹੈ। ਅਸੀਂ ਨਹੀਂ ਪਹੁੰਚ ਸਕਦੇ। ਕਿਵੇਂ ਪਹੁੰਚਾਂਗੇ? ਗੁਰੂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ। ਤੇ ਜੇ ਗੁਰਬਾਣੀ ਨੂੰ ਛੱਡ ਕੇ ਬਾਹਰ ਦੇ ਕਰਮ ਕਾਂਡ ਕਰਦੇ ਰਹੇ, ਫਿਰ ਨਾ ਅੱਜ ਪਹੁੰਚਾਂਗੇ ਤੇ ਨਾ ਕਈ ਜਨਮਾਂ ਬਾਅਦ ਪਹੁੰਚਾਂਗੇ। ਇਸ ਲਈ ਉਹ ਅਗੰਮ ਹੈ, ਅਗੋਚਰ। ਅਗੋਚਰ ਦਾ ਅਰਥ ਹੁੰਦਾ ਗਿਆਨ ਇੰਦਰੀਆਂ ਤੋਂ ਪਰੇ, ਜਿੱਥੇ ਤੱਕ ਸਾਡੇ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ। ਥਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਜਿਨ੍ਹਾਂ ਦਾ ਮਨ ਜਨ ਬਣ ਗਿਆ, ਉਹ ਪ੍ਰੇਮ ਦੇ ਸਹਿਤ, ਪ੍ਰੇਮ ਵਿੱਚ ਭਿੱਜੀਆਂ ਹੋਈਆਂ ਜੀਵ ਇਸਤਰੀਆਂ, ਸਾਧਾਰੀ ਪਰਮੇ ਪ੍ਰੇਮ ਦੇ ਆਸਰੇ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਫ਼ਰਤ ਦੇ ਆਸਰੇ ਉੱਥੇ ਨਹੀਂ ਪਹੁੰਚਿਆ ਜਾਣਾ। ਈਰਖਾ, ਨਿੰਦਾ, ਚੁਗਲੀ, ਬੁਰਿਆਈ, ਇਹਦੇ ਆਸਰੇ ਨਹੀਂ ਪਹੁੰਚ ਸਕਦੇ। ਜੇ ਪਹੁੰਚਣਾ ਤੇ ਪ੍ਰੇਮ ਨਾਲ ਪਹੁੰਚਿਆ ਜਾਣਾ। ਇਸ ਲਈ ਜਿਹਦਾ ਮਨ ਜਨ ਬਣ ਗਿਆ, ਉਹਦੇ ਅੰਦਰ ਪ੍ਰੇਮ ਦਾ ਰੰਗ ਲੱਗ ਗਿਆ। ਉਸ ਪ੍ਰੇਮ ਦੇ ਆਸਰੇ ਫਿਰ ਥਿਰ ਸੁਹਾਗ ਵਰ ਅਗਮ ਅਗੋਚਰ ਤੱਕ ਜਿਹੜੇ ਸੀ ਉਹ ਜੀਵ ਇਸਤਰੀਆਂ ਪਹੁੰਚ ਕੇ ਆਪਣਾ ਜਨਮ ਸਵਾਰ ਗਈਆਂ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਮਹਾਰਾਜ ਕਿਰਪਾ ਕਰਨ ਆਹ ਸ਼ਬਦ ਸਾਹਮਣੇ ਰੱਖ ਕੇ ਆਪਣੇ ਜੀਵਨ ਅੰਦਰ ਝਾਤੀ ਮਾਰ ਕੇ ਇੱਕ ਇੱਕ ਮਿਲਾ ਕੇ ਵੇਖਿਓ ਵੀ ਗੁਣਵੰਤੀ ਅੰਦਰ ਜੀਵਨ ਹੈ, ਸੁਹਾਗਣ ਵਾਲਾ ਜੀਵਨ ਹੈ, ਵਡਭਾਗਣ ਵਾਲਾ ਹੈ, ਪੁੱਤਰਵੰਤੀ ਵਾਲਾ ਹੈ, ਅੰਦਰ ਸੁਗੜ ਵਿਚਖਣ ਰੂਪਵੰਤ। ਆ ਗੁਣ ਅੰਦਰ ਨੇ। ਤੇ ਜੇ ਅੰਦਰ ਗੁਣ ਨਹੀਂ ਤੇ ਫਿਰ ਅਰਦਾਸ ਕਰੋ, ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਕਰਮਹੀਣ ਧਨ ਕਰੈ ਬੇਨੰਤੀ, ਕਰਮਹੀਣ ਧਨ ਕਰੈ ਬੇਨੰਤੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣੈ ਰਲੀਆਂ, ਸਭ ਸੁਹਾਗਣ ਮਾਣੈ ਰਲੀਆਂ। ਇਕ ਦੇਵ ਰਾਤ ਮੁਰਾਰੀ, ਇਕ ਦੇਵ ਰਾਤ ਮੁਰਾਰੀ। ਇਕ ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਇਹ ਸਾਡੀ ਤੁਹਾਡੀ ਬੇਨਤੀ ਹੈ। ਜਿਹੜੇ ਜੀਵ ਇਸਤਰੀਆਂ ਸਤਸੰਗੀ ਰੂਪ ਵਿੱਚ ਇਹ ਗੁਣ ਵਾਲੀਆਂ ਬਣ ਗਈਆਂ, ਮੁਬਾਰਕ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਅਸੀਂ ਐਸੇ ਸੁਹਾਗਣ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜੁੜ ਬੈਠ ਕੇ ਇਹ ਨਾਮ ਦੇ ਰੰਗ ਵਿੱਚ ਰੰਗਣਾ ਹੈ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੋਇਲੇ। ਨਾਨਕ ਹਰਿ ਪ੍ਰਭ
ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਬਾਣੇ ਬਾਣੀ ਦੇ ਨਾਲ ਜੋੜਨ, ਅੰਮ੍ਰਿਤ ਵੇਲੇ ਨਿਤਨੇਮ ਦੀਆਂ ਦਾਤਾਂ ਬਖਸ਼ਣ। ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗੰਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।